ਵਾਹਿਗੁਰੂ ਸਾਹਿਬ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਰਸ ਕੀਤਾ ਹੈ ਸਾਡੇ ਤੇ। ਸਾਧ ਸੰਗਤ ਦੀ ਸਾਨੂੰ ਪ੍ਰਾਪਤੀ ਹੋਈ ਹੈ। ਸੋ ਆਓ ਅੰਮ੍ਰਿਤ ਵੇਲੇ ਦਾ ਲਾਹਾ ਖੱਟੀਏ, ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਵਿੱਚ ਆ ਕੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਸੋਹੀ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਮਿੱਠੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ 735 ਅੰਗ ਤੋਂ ਆਰੰਭ ਹੋ ਕੇ 736 ਅੰਗ ਤੇ ਇਸ ਦੀ ਸਮਾਪਤੀ ਹੁੰਦੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸੂਹੀ ਮਹੱਲਾ ਚੌਥਾ। ਸੂਹੀ ਰਾਗ ਦਾ ਨਾਮ ਮਹੱਲਾ ਚੌਥਾ ਤੋਂ ਭਾਵ ਚੌਥੇ ਗੁਰੂ ਜੀ ਰਾਮਦਾਸ ਜੀ ਦੀ ਬਾਣੀ ਆ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਦੁਨੀਆ ਦੇ ਵਿੱਚ ਜੇਕਰ ਗੁਰੂ ਰਾਮਦਾਸ ਜੀ ਕਹਿੰਦੇ ਦੇਖੀਏ, ਬਹੁਤ ਸੰਸਾਰ ਭਰਿਆ ਪਿਆ ਹੈ ਰੋਗਾਂ ਦੇ ਨਾਲ। ਕਿਸੇ ਵੀ ਸ਼ਹਿਰ ਦੇ ਹੌਸਪੀਟਲ ਦੇ ਵਿੱਚ ਜਾ ਕੇ ਦੇਖੀਏ, ਉੱਥੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਕਤਾਰਾਂ ਭਰੀਆਂ ਪਈਆਂ ਨੇ। ਬੈੱਡ ਕਈ ਦਫਾ ਖਾਲੀ ਨਹੀਂ ਹੁੰਦੇ, ਇਤਨੇ ਮਰੀਜ਼ ਹਨ। ਸੰਸਾਰ ਵਿੱਚ ਬਹੁਤ ਸਾਰੇ ਰੋਗ ਨੇ, ਕਿਉਂਕਿ ਬਹੁਤ ਸਾਰੇ ਸਰੀਰ ਨੇ। ਹਰ ਕਿਸੇ ਨੂੰ ਵੱਖ-ਵੱਖ ਤਰ੍ਹਾਂ ਦਾ ਰੋਗ ਹੈ। ਪਰ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ।
ਤਿਨ ਪਵਿੱਤ ਪਰਮ ਪਦ ਪਾਏ। ਮੇਰੇ RAM ਹਰ ਜਨ ਆਰੋਗ ਭਏ। ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ। ਤਿਨ ਕੇ ਹਉਮੈ ਰੋਗ ਗਏ। ਪਰ ਦੁਨੀਆ ਵਿੱਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਭਾਵੇਂ ਹੈਗੀਆਂ ਨੇ। ਚਮੜੀ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਕੈਂਸਰ ਵਰਗੇ ਰੋਗ, ਸ਼ੂਗਰ ਦੀ ਬਿਮਾਰੀ ਆਦਿ ਬਿਮਾਰੀਆਂ ਹਨ। ਪਰ ਇੱਕ ਹਉਮੈ ਵਾਲਾ ਰੋਗ ਵੀ ਆ, ਜਿਹੜਾ ਕਿ ਇਨਸਾਨ ਨੂੰ ਜਦੋਂ ਲੱਗ ਜਾਂਦਾ, ਸਭ ਤੋਂ ਭਿਆਨਕ ਹੈ ਇਹ ਹਉਮੈ ਹੰਕਾਰ ਵਾਲਾ ਰੋਗ। ਆਪਣੀ ਮੈਂ ਤੇ ਇਹਦੇ ਨਾਲ ਦੂਜਿਆਂ ਦੇ ਸਿਰ ਤੇ ਬੈਠਣ ਵਾਲੀ ਬਿਮਾਰੀ ਜਿਹੜੀ ਆ, ਬਹੁਤ ਪ੍ਰਬਲ ਆ, ਜਿਹੜੀ ਰੋਜ਼ ਵੱਧਦੀ ਜਾ ਰਹੀ ਆ। ਕਿਉਂਕਿ ਮਨੁੱਖ ਇਹਦਾ ਇਲਾਜ ਨਹੀਂ ਕਰਵਾਉਣਾ ਚਾਹੁੰਦਾ। ਉਹਨੂੰ ਇਹ ਬਿਮਾਰੀ ਨਾਲ ਪਿਆਰ ਹੀ ਇਤਨਾ ਹੈ, ਉਹ ਚਾਹੁੰਦਾ ਹੈ ਕਿ ਇਹ ਬਣੀ ਰਹੇ, ਟਿਕੀ ਰਹੇ। ਉਹ ਇਹਦਾ ਇਲਾਜ ਨਹੀਂ ਕਰਵਾ ਰਿਹਾ। ਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੇ ਗੁਰੂ ਮਹਾਰਾਜ ਦੇ ਨਾਮ ਨੂੰ ਜਪਦੇ ਨੇ, ਉਹਨਾਂ ਦਾ ਹਉਮੈ ਵਾਲਾ ਰੋਗ ਹਰ ਤਿਨਕੇ ਹਉਮੈ ਰੋਗ ਗਏ। ਇਹ ਵਾਲਾ ਰੋਗ ਉਹਨਾਂ ਦਾ ਦੂਰ ਹੋ ਜਾਂਦਾ ਹੈ। ਇਹ ਐਸਾ ਹੈ, ਜੇ ਕਿਸੇ ਫਕੀਰ ਨੂੰ ਵੀ ਹੋ ਜੇ, ਦੇਵਤਿਆਂ ਨੂੰ ਵੀ ਹੋ ਜੇ, ਉਹਨਾਂ ਦੀ ਜ਼ਿੰਦਗੀ ਨੂੰ ਵੀ ਬਰਬਾਦ ਕਰ ਦਿੰਦਾ ਹੈ। ਉਦਾਹਰਨ ਅੱਗੇ ਦਿੱਤੀ ਆ, ਰਹਾਓ ਬ੍ਰਹਮਾ ਵਿਸ਼ਨੂੰ ਮਹਾਦੇਵ ਸ਼ਿਵ ਤ੍ਰੈ ਗੁਣ ਰੋਗੀ। ਵਿੱਚ ਹਉਮੈ ਕਾਰ ਕਮਾਈ। ਪਰਮਾਤਮਾ ਨੇ ਇਹਨਾਂ ਨੂੰ ਦੁਨੀਆ ਤੇ ਭੇਜਿਆ ਆਪਣੇ ਨਾਮ ਦਾ ਪ੍ਰਚਾਰ ਕਰਨ ਲਈ। ਇਹਨਾਂ ਨੇ ਹਉਮੈ ਦੇ ਵਿੱਚ ਆ ਕੇ ਆਪਣੀ ਹੀ ਸ਼ੋਭਾ ਕਰਵਾਈ ਆ। ਬ੍ਰਹਮਾ ਵਿਸ਼ਨੂੰ ਮਹਾਦੇਵ ਸ਼ਿਵ ਤ੍ਰੈ ਗੁਣ ਰੋਗੀ। ਵਿੱਚ ਹਉਮੈ ਕਾਰ ਕਮਾਈ। ਇਹਨਾਂ ਦੇ ਵੀ ਕਰਮ ਹਉਮੈ ਵਾਲੇ ਹੀ ਸਨ। ਇਹਨਾਂ ਨੇ ਵੀ ਕਿਸੇ ਨੂੰ ਰੱਬ ਦੇ ਨਾਲ ਨਹੀਂ, ਆਪਣੇ ਆਪ ਦੇ ਨਾਲ ਹੀ ਜੋੜਿਆ ਹੈ। ਇਹਨਾਂ ਨੂੰ ਵੀ ਵੱਡਾ ਰੋਗ ਲੱਗਿਆ, ਵੱਡੀ ਬਿਮਾਰੀ ਇਹਨਾਂ 'ਚ ਵੀ ਸੀ, ਤੇ ਉਹ ਹਉਮੈ ਕਾਰ ਕਮਾਈ, ਹਉਮੈ ਵਾਲੀ ਸੀ, ਮੈਂ ਵਾਲੀ ਸੀ। ਦੇਵਤਿਆਂ ਨੂੰ ਵੀ ਇਹਨੇ ਰੋਗੀ ਕੀਤਾ ਹੈ। ਐਸੀ ਬਿਮਾਰੀ ਆ। ਮਨੁੱਖ ਕਿਵੇਂ ਬਚ ਜਾਏਗਾ ਇਹਦੇ ਤੋਂ? ਦੇਵਤਿਆਂ ਦਾ ਵੀ ਇਹਦੇ ਅੱਗੇ ਜ਼ੋਰ ਨਹੀਂ ਚੱਲਿਆ। ਜੋ ਗੁਰੂ ਦੀ ਸ਼ਰਨ ਪੈਂਦੇ ਨੇ, ਉਹੀ ਮਨੁੱਖ ਬਚਦੇ ਨੇ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹ ਆਪਣੀ ਮੈਂ ਨੂੰ ਕੱਟ ਦਿੰਦੇ ਨੇ, ਮੈਂ ਦੀ ਧੌਣ ਮਰੋੜ ਦਿੰਦੇ ਨੇ, ਉਹਦਾ ਗਲਾ ਵੱਢ ਦਿੰਦੇ ਨੇ। ਗੁਰਮੁਖਾਂ ਕੋਲ ਹਉਮੈ ਨਹੀਂ ਹੁੰਦੀ, ਉਹ ਤਾਂ ਹੀ ਗੁਰਮੁਖ ਹੁੰਦੇ ਨੇ। ਮਨਮੁਖਾਂ ਕੋਲੇ ਹਉਮੈ ਹੁੰਦੀ ਆ, ਉਹਨਾਂ ਕੋਲੇ ਤੇ ਹਉਮੈ ਹੋਣ ਦੇ ਕਰਕੇ ਹੀ ਉਹ ਮਨਮੁਖ ਕਹੇ ਜਾਂਦੇ ਨੇ। ਗੁਰਮੁਖ ਮਨ ਵੇਚੈ ਸਤਿਗੁਰ ਕੈ ਪਾਸ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ। ਮਨ ਵੇਚੈ ਸਤਿਗੁਰ ਕੈ ਪਾਸ। ਗੁਰਮੁਖ ਆਪਣਾ ਮਨ ਗੁਰੂ ਦੀ ਹੱਟੀ ਤੇ ਵੇਚ ਦਿੰਦਾ ਹੈ, ਉਹਦੇ ਬਦਲੇ ਪਿਆਰ ਖਰੀਦਦਾ ਹੈ। ਮਨ 'ਚ ਹੀ ਹਉਮੈ ਹੁੰਦੀ ਆ। ਜਦੋਂ ਜਿਹੜੀ ਚੀਜ਼ ਵੇਚਦੀ, ਮਨ ਵੇਚੈ ਸਤਿਗੁਰ ਕੈ ਪਾਸ। ਤਿਸ ਸੇਵਕ ਕੇ ਕਾਰਜ ਰਾਸ। ਉਹਨੂੰ ਟਿਕਾ ਜਾਂਦਾ, ਸ਼ਾਂਤੀ ਆ ਜਾਂਦੀ ਆ ਜਦੋਂ ਮਨ ਨੂੰ ਉਹ ਵੇਚ ਦਿੰਦਾ ਹੈ। ਪਰ ਮਨ ਨੂੰ ਵੇਚਣਾ ਬੱਚਿਆਂ ਦੀ ਖੇਡ ਨਹੀਂ। ਮਨ ਨੂੰ ਵੇਚਣਾ, ਮਨ ਨੂੰ ਆਪਣੇ ਤੋਂ ਪਰੇ ਕਰਨਾ, ਮਨ ਤੋਂ ਪਾਰ ਜਾਣਾ, ਇਹ ਬਹੁਤ ਅਭਿਆਸ, ਬਹੁਤ ਹੀ ਕਮਾਈ ਮਾਊਂਟ ਐਵਰੈਸਟ 'ਤੇ ਚੜ੍ਹਨ ਦੇ ਵਾਂਗ ਹੀ ਆ। ਸਮੇਰ ਪਰਬਤ 'ਤੇ ਜਾ ਕੇ ਫਤਿਹ ਕਰਨ ਵਾਂਗ ਹੀ ਆ। ਤਾਂ ਇਸ ਕਰਕੇ ਕੋਈ ਹੁੰਦਾ ਗੁਰ ਬਚਨੀ ਜਿਨ੍ਹਾਂ ਜਪਿਆ। ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਜਪਿਆ, ਹਰ ਤਿਨਕੇ ਹਉਮੈ ਰੋਗ ਗਏ। ਦੁਨੀਆ 'ਚ ਬਹੁਤ ਬੰਦੇ ਨੇ ਦੇਖਿਓ, ਉਹ ਕਹਿੰਦੇ ਨੇ ਸਾਡੇ
ਮਨ ਨੂੰ ਰੱਜ ਆ ਗਿਆ। ਜਿਹੜੇ ਮਹਾਂਪੁਰਸ਼ ਹਨ ਉਹ ਕਹਿਣਗੇ ਹੁਣ ਅਸੀਂ ਸੰਤੁਸ਼ਟ ਹੋ ਗਏ ਹਾਂ। ਮਨ ਜਿਹਦੇ ਕੋਲ ਨਹੀਂ ਹੁੰਦਾ ਉਹੀ ਸੰਤੁਸ਼ਟ ਹੁੰਦਾ ਹੈ। ਜਿਹਦੇ ਕੋਲ ਮਨ ਆ ਜੇ, ਜਿਹਨੇ ਮਨ ਨਹੀਂ ਵੇਚਿਆ, ਉਹ ਕਦੇ ਵੀ ਸੰਤੁਸ਼ਟ ਤੇ ਸ਼ੁਕਰ 'ਚ ਨਹੀਂ ਆ ਸਕਦਾ। ਮਨ ਦਾ ਹੋਣਾ ਹੀ ਬੰਦੇ ਨੂੰ ਹੋਰ ਦੀ ਭੁੱਖ ਵੱਲ ਲੈ ਕੇ ਜਾਂਦਾ। ਮਨ ਦਾ ਮਰ ਜਾਣਾ ਹੀ ਇਹ ਬੰਦਗੀ ਵੱਲ ਲੈ ਕੇ ਜਾਂਦਾ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਬ੍ਰਹਮਾ ਨੂੰ ਵੀ ਹੰਕਾਰ ਵਾਲਾ ਰੋਗ ਲੱਗ ਗਿਆ ਸੀ। ਵਿਸ਼ਨ, ਮਹਾਦੇਵ, ਸ਼ਿਵ ਤੇ ਇਹਨਾਂ ਨੂੰ ਵੀ ਤ੍ਰੈ ਗੁਣ ਰੋਗੀ ਨੇ। ਇਹਨਾਂ ਨੇ ਵੀ ਹਉਮੈ ਵਿੱਚ ਹੀ ਕੰਮ ਕੀਤੇ ਨੇ। ਜਿਨ ਕੀਏ ਤਿਸੇ ਨ ਚੇਤੇ ਬਪੜੇ, ਹਰ ਗੁਰਮੁਖ ਸੋਝੀ ਪਾਈ। ਜਿਹਨੇ ਇਹਨਾਂ ਨੂੰ ਬਣਾਇਆ ਸੀ, ਸਾਜਿਆ ਸੀ, ਉਹਨਾਂ ਨੂੰ ਇਹ ਵੀ ਭੁੱਲ ਗਏ। ਬ੍ਰਹਮਾ ਵੀ ਭੁੱਲ ਗਿਆ, ਵਿਸ਼ਨ ਵੀ ਭੁੱਲ ਗਿਆ, ਮਹਾਦੇਵ ਵੀ ਭੁੱਲ ਗਿਆ। ਆਪਣੇ ਨਾਲ ਹੀ ਇਹਨਾਂ ਨੇ ਦੁਨੀਆ ਦੇ ਲੋਕਾਂ ਨੂੰ ਜੋੜਿਆ ਹੈ। ਪਰ ਹਰ ਗੁਰਮੁਖ ਸੋਝੀ ਪਾਈ। ਗੁਰਮੁਖ ਜਨ ਜਿਹੜੇ ਹੁੰਦੇ ਨੇ, ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸੋਝੀ ਆਉਂਦੀ ਆ ਕਿ ਦੇਵਤਿਆਂ ਨੂੰ ਵੀ ਹਉਮੈ ਨੇ ਨਹੀਂ ਛੱਡਿਆ। ਇਹਨੂੰ ਬਚਣ ਲਈ ਮੈਨੂੰ ਗੁਰੂ ਦਾ ਸਹਾਰਾ ਲੈਣਾ ਹੀ ਪਵੇਗਾ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਆ। ਸਤ ਸੰਗਤੀ ਸੰਗ, ਸਾਧ ਸੰਗਤ ਦੇ ਸੰਗ ਹੋ ਕੇ ਹਰ ਤਨ ਖੱਟੀਐ। ਹੋਰ ਥੈ ਹੋਰਤ ਉਪਾਏ, ਹਰ ਤਨ ਕਿਤੈ ਨਾ ਪਾਈ। ਹਉਮੈ ਨੂੰ ਦੂਰ ਕਰਨ ਲਈ ਇੱਕੋ ਹੀ ਇੱਕ ਮਾਰਗ ਆ, ਉਹ ਹੈ ਸਾਧ ਸੰਗਤ ਇੱਕ ਗੁਰੂ ਦੀ। ਸੰਗਤ ਵਿੱਚੋਂ ਹੀ ਇਹ ਚੀਜ਼ ਮੇਰੀ ਮੈਂ ਦੂਰ ਹੋਵੇਗੀ। ਕਲੇਸ਼ ਜਿੰਨੇ ਨੇ ਘਰਾਂ ਵਿੱਚੋਂ ਮੈਂ ਦੇ ਨੇ, ਜਿੰਨੇ ਰੌਲੇ ਨੇ ਰਾਜਨੀਤਿਕ ਤੇ ਉਹ ਸਾਰੇ ਮੈਂ ਹੀ ਹਾਂ, ਹਉਮੈ ਹੀ ਹਾਂ ਉੱਥੇ ਪ੍ਰਧਾਨ। ਕੂੜ ਫਿਰੈ ਪ੍ਰਧਾਨ ਵੇ ਲਾਲੋ। ਕੂੜ ਬੰਦੇ ਜਿਹੜੇ ਨੇ, ਉਹ ਜਿਹੜੇ ਇਸ ਦੁਨੀਆ ਵਿੱਚ ਆ ਕੇ ਹਉਮੈ ਦੇ ਨਾਲ ਗਰਸੇ ਹੋਏ ਨੇ, ਤੇ ਉਹ ਰਾਜਨੀਤਿਕ ਜਿਹੜੇ ਬੰਦੇ ਨੇ, ਜਿਹੜੀ ਪੌੜੀ ਤੇ ਚੜ੍ਹ ਕੇ ਕੁਰਸੀ ਤੇ ਬਹਿੰਦੇ ਨੇ, ਉਹ ਪੌੜੀ ਨੂੰ ਤੋੜ ਦਿੰਦੇ ਨੇ ਕਿ ਕੋਈ ਦੂਜਾ ਨਾ ਆ ਜਾਵੇ। ਇਹ ਸਭ ਹਉਮੈ ਦੇ ਕਰਕੇ ਹੀ ਹੋ ਰਿਹਾ। ਲੜਾਈਆਂ ਹਉਮੈ ਹੀ ਆ। ਛੋਟੀਆਂ ਕਾਰਾਂ ਨਾਲ ਵੀ ਸਰ ਸਕਦਾ ਸੀ। 1-2 ਲੱਖ ਵਾਲੀ ਕਾਰ ਆ, 30-30, 40-40 ਲੱਖ ਦੀ ਕਾਰ। ਵੱਡੀਆਂ ਕਾਰਾਂ, ਮਹਿੰਗੀਆਂ ਕਾਰਾਂ ਕੰਪਨੀ ਵਾਲਿਆਂ ਨੇ ਤਾਂ ਬਣਾਈਆਂ ਬੰਦੇ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ। ਇਤਨੀਆਂ ਮਹਿੰਗੀਆਂ ਕਾਰਾਂ ਦੀ ਲੋੜ ਨਹੀਂ ਸੀ। ਵਿਦਵਾਨ ਕਹਿੰਦੇ ਇਤਨੇ ਮਹਿੰਗੇ ਮੋਬਾਈਲ ਫੋਨ ਦੀ ਕੋਈ ਲੋੜ ਨਹੀਂ। ਬੰਦੇ ਦੀ ਹਉਮੈ ਨੂੰ ਪੱਠੇ ਪਾਉਣ ਲਈ ਇਹ ਚੀਜ਼ਾਂ ਬਣਾਈਆਂ ਗਈਆਂ ਨੇ ਕਿ ਮੈਂ ਕਹਾਂ ਮੇਰੇ ਕੋਲ ਇਤਨੀ ਮਹਿੰਗੀ ਕਾਰ ਆ। ਇਸ ਕਰਕੇ ਸਰ ਤਾਂ ਸਿੰਪਲ ਘਰ ਦੇ ਨਾਲ ਵੀ ਜਾਂਦਾ। ਇਤਨੀਆਂ ਵੱਡੀਆਂ ਕੋਠੀਆਂ, ਤੇ ਇਹ ਸਭ ਹਉਮੈ ਨੂੰ ਸੰਤੁਸ਼ਟ ਕਰਨ ਲਈ ਲੋਕ ਕਰਦੇ ਨੇ। ਇਵੇਂ ਬਾਣੀ 'ਚ ਪੰਗਤੀ ਆ, ਫਰੀਦਾ ਕੋਠੇ ਮੰਡਪ ਮਾੜੀਆਂ, ਉਹ ਸਾਰੇ ਦੇ ਭੀ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਫਰੀਦ ਸਾਹਿਬ ਜੀ ਕਹਿੰਦੇ ਸਰ ਤਾਂ ਨਿੱਕੇ ਮਕਾਨ ਦੇ ਨਾਲ ਵੀ ਜਾਣਾ ਸੀ। ਸਰ ਨਿੱਕੇ ਮਕਾਨ ਦੇ ਨਾਲ ਵੀ ਜਾਂਦਾ ਹੈ, ਪਰ ਬੰਦੇ ਨੂੰ ਇੱਕ ਵੱਡਾ, ਬਹੁਤ ਵੱਡਾ ਮਕਾਨ ਚਾਹੀਦਾ। ਪਰ ਉਹਦੇ ਵਿੱਚ ਉਹਦਾ ਦਿਲ ਜਿਹੜਾ ਹੈ, ਦਿਲ ਦੇ ਵਿੱਚ ਇਤਨਾ ਛੋਟਾ ਤੇ ਇਤਨੀ ਜ਼ਿਆਦਾ ਤੰਗ ਦਿਲੀ ਆਪਾਂ ਕਹਿ ਸਕਦੇ ਹਾਂ। ਮਾਂ ਪਿਓ ਲਈ ਉਹਦੇ ਵਿੱਚ ਕੋਈ ਜਗ੍ਹਾ ਨਹੀਂ। ਮਹਿਲ ਜਿੱਡਾ ਮਕਾਨ ਆ, ਤੇ ਪਰ ਉਹਦੇ ਵਿੱਚ ਪਿਤਾ ਲਈ, ਮਾਂ ਲਈ ਕੋਈ ਜਗ੍ਹਾ ਨਹੀਂ। ਨਿੱਕੀ ਜਿਹੀ ਖੁੱਡ ਆ, ਹਜ਼ਾਰਾਂ ਕੀੜੀਆਂ ਰਹਿ ਲੈਂਦੀਆਂ ਰਲ ਕੇ। ਮਹਿਲ ਜਿੱਡਾ ਮਕਾਨ ਆ, ਬੰਦੇ ਤੋਂ ਰਿਹਾ ਨਹੀਂ ਜਾਂਦਾ, 2 ਜੀਅ ਨਹੀਂ ਰਹਿ ਸਕਦੇ। ਹਉਮੈ ਵਿੱਚ ਹਉਮੈ ਕਾਰ ਕਮਾਈ। ਫਕੀਰਾਂ ਨੂੰ ਵੀ ਇਹਨੇ ਛੱਡਿਆ ਨਹੀਂ ਹਉਮੈ ਨੇ। ਕਈ ਫਕੀਰ ਬੰਦਗੀ ਕਰਨ ਤੁਰੇ ਤੇ ਉਹਨਾਂ ਨੂੰ ਬੰਦਗੀ ਦਾ ਹੀ ਹੰਕਾਰ ਹੋ ਗਿਆ। ਹਉਮੈ ਆ ਗਈ, ਇਹ ਹਉਮੈ ਲੈ ਡੁੱਬੀ। ਪਹੁੰਚਣ ਹੀ ਨਹੀਂ ਦਿੱਤਾ ਉਹਨਾਂ ਨੂੰ। ਕਹਿਣ ਦਾ ਭਾਵ ਆ ਪਿਆਰਿਓ, ਘਰਾਂ ਵਿੱਚ ਹਉਮੈ ਬਹੁਤ ਜ਼ਿਆਦਾ ਹੈ। ਹਰ ਬੰਦੇ ਦੇ ਵਿੱਚ
ਕੁੱਟ ਕੁੱਟ ਕੇ ਭਰੀ ਹੋਈ ਆ। ਗੁਰੂ ਤੋਂ ਬਿਨਾਂ ਨਿਕਲਦੀ ਨਹੀਂ। ਕਲੇਸ਼ ਹਉਮੈ ਦੇ ਨੇ, ਲੜਾਈਆਂ ਹਉਮੈ ਦੀਆਂ ਨੇ, ਸਭ ਕੁਝ ਹਉਮੈ ਵਿੱਚ ਆ ਕੇ ਬੋਲਦੇ ਹਾਂ, ਹਾਂ ਹਾਂ ਹਾਂ। ਇਸ ਕਰਕੇ ਪਿਆਰਿਓ, ਗੁਰੂ ਦੀ ਸ਼ਰਨ ਵਿੱਚ ਆ ਕੇ ਹਉਮੈ ਦੂਰ ਹੁੰਦੀ ਆ। ਉਹ ਚੀਜ਼ ਜਿਹਨੇ ਦੇਵਤਿਆਂ ਨੂੰ ਵੀ ਨਹੀਂ ਬਖਸ਼ਿਆ, ਫਕੀਰਾਂ ਨੂੰ ਵੀ ਹੰਕਾਰ ਹੋਇਆ ਹੈ। ਇੱਕ ਬਹੁਤ ਸੋਹਣੀ ਗਾਥਾ ਹੈ, ਬੜੇ ਧਿਆਨ ਦੇ ਨਾਲ ਸੁਣਿਓ, ਕਿਉਂਕਿ ਇਹ ਚੀਜ਼ਾਂ ਕਿਸੇ ਇਨਸਾਨ ਨੇ ਆਪਣੀ ਜ਼ਿੰਦਗੀ ਵਿੱਚ ਬੜੀ ਮਿਹਨਤ ਕਰਕੇ, ਬਹੁਤ ਜ਼ਿਆਦਾ ਮਿਹਨਤ ਕਰਕੇ, ਸਮੇਂ 'ਚੋਂ ਸਮਾਂ ਕੱਢ ਕੇ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਵਿਦਵਾਨਾਂ ਨੇ। ਉਹਨਾਂ ਨੂੰ ਜਦੋਂ ਆਪਾਂ ਸੁਣਾਈਏ, ਉਹ ਸਾਖੀ ਇੱਕ ਸਾਖੀ ਨਹੀਂ ਹੁੰਦੀ, ਇੱਕ ਬੰਦੇ ਦੀ ਜ਼ਿੰਦਗੀ ਲੱਗੀ ਹੁੰਦੀ ਆ ਉਹਦੇ 'ਤੇ, ਉਹਦੀ ਖੋਜ ਹੁੰਦੀ ਆ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਜੀ ਦੀ ਇੱਕ ਸਾਖੀ ਲਿਖਦੇ ਨੇ, ਬਹੁਤ ਸੋਹਣੀ ਆ। ਪਹਿਲੀ ਵਾਰ ਕੜਾਹ ਪ੍ਰਸ਼ਾਦ ਕਿੱਥੇ ਤੇ ਕਿਉਂ ਵਰਤਾਇਆ ਗਿਆ, ਜਿਹੜਾ ਅਸੀਂ ਰੋਜ਼ ਛਕਦੇ ਹਾਂ। ਉਹਦਾ ਜਵਾਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤਾ ਹੈ। ਪਹਿਲੀ ਵਾਰ ਕੜਾਹ ਪ੍ਰਸ਼ਾਦ ਕਿੱਥੇ ਕਿਉਂ ਵਰਤਾਇਆ ਗਿਆ ਸੀ, ਉਹਦਾ ਰੀਜ਼ਨ ਕੀ ਸੀ, ਸਾਰੀ ਗੱਲ ਨੂੰ ਖੋਲ੍ਹਿਆ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਵਿੱਚ ਗਏ। ਬਗਦਾਦ ਵਿੱਚ ਜਦੋਂ ਗਏ ਨੇ, ਨਾਲ ਉਹਨਾਂ ਦੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ, ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰੂ ਨਾਨਕ ਦੀ ਬਾਣੀ ਵਿੱਚ ਕਰਾਮਾਤ ਸ਼ਬਦ ਦੀ ਆ, ਜਾਦੂ ਭਾਈ ਮਰਦਾਨਾ ਜੀ ਦੀ ਰਬਾਬ ਦਾ ਵਾ। ਬਗਦਾਦ ਵਿੱਚ ਗਏ ਤੇ ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆਂ ਰਬਾਬ ਛੇੜ, ਆਪਾਂ ਬਾਣੀ ਗਾਈਏ। ਬਾਣੀ ਆਈ ਆ ਗੁਰੂ ਨਾਨਕ ਸਾਹਿਬ ਜੀ। ਇਹ ਬਗਦਾਦ ਹੈ, ਆਪ ਜੀ ਜਾਣਦੇ ਹੋ, ਇੱਥੇ ਗਾਉਣ ਦੀ ਮਨਾਹੀ ਆ। ਇੱਥੇ ਕੋਈ ਗਾ ਨਹੀਂ ਸਕਦਾ। ਇੱਥੋਂ ਦਾ ਪੀਰ ਜਿਹੜਾ ਹੈ ਦਸਤਗੀਰ, ਉਹਦਾ ਨਾਮ ਆ। ਉਹਨੇ ਇੱਕ ਕਾਨੂੰਨ ਬਣਾਇਆ ਹੋਇਆ ਕਿ ਸੰਗੀਤ ਨਹੀਂ ਕੋਈ ਗਾ ਸਕਦਾ, ਨਾ ਕੋਈ ਸਾਜ਼, ਤੇ ਆਪਣੇ ਕੋਲ ਰਬਾਬ ਹੈ। ਮਹਾਰਾਜ ਇੱਥੇ ਮਨਾਹੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਸੀਂ ਰਬਾਬ ਵਜਾਓ, ਉਹ ਆਉਣਗੇ, ਆਪਾਂ ਜਵਾਬ ਦੇਵਾਂਗੇ। ਪੁੱਛਣਗੇ ਕਿਉਂ ਵਜਾਈ ਆ, ਤੇ ਆਪਾਂ ਜਵਾਬ ਦੇ ਦੇਵਾਂਗੇ। ਇਸ ਕਰਕੇ ਤੁਸੀਂ ਨਿਰਭਉ ਹੋ ਕੇ ਰਬਾਬ ਵਜਾਓ। ਰਬਾਬ ਵੱਜੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ। ਗੁਰੂ ਨਾਨਕ ਸਾਹਿਬ ਜੀ ਨੇ ਗਾਇਆ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਜਪਜੀ ਸਾਹਿਬ ਦੇ ਵਿੱਚੋਂ ਕੁਝ ਸ਼ਬਦ ਗਾਏ ਨੇ, ਤੇ ਜਦੋਂ ਮਸੀਤ ਵਿੱਚੋਂ ਆਵਾਜ਼ ਦੇਣੀ ਸੀ ਹਜੇ ਕਾਜੀ ਨੇ, ਤੇ ਉਦੋਂ ਪਹਿਲਾਂ ਫਜਰ ਦੀ ਨਮਾਜ਼ ਤੋਂ ਪਹਿਲਾਂ ਮਹਾਰਾਜ ਨੇ ਬਾਂਗ ਦਿੱਤੀ ਆ। ਬਾਂਗ ਦਾ ਮਤਲਬ ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਵਿੱਚ ਗਾਇਆ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਦਸਤਗੀਰ ਪੀਰ ਨੂੰ ਕਿਸੇ ਨੇ ਦੱਸਿਆ ਕਿ ਕੋਈ ਆਇਆ ਹੈ ਜਿਹਨੇ ਤੁਹਾਡੇ ਕਾਨੂੰਨ ਨੂੰ ਤੋੜ ਦਿੱਤਾ। ਹੁਣ ਪੀਰ ਸੀ ਉਹ, ਪਰ ਹਉਮੈ ਸੀ। ਗੱਲ ਹਉਮੈ ਦੀ ਆ। ਹਉਮੈ ਜਿਹੜੀ ਆ, ਪੀਰਾਂ ਫਕੀਰਾਂ ਨੂੰ ਵੀ ਨਹੀਂ ਇਹਨੇ ਛੱਡਿਆ। ਇਹ ਤਾਂ ਬਹੁਤ ਬਰੀਕ ਆ ਪੁਲ, ਬੰਦਗੀ ਵਾਲਾ। ਬੰਦੇ ਡਿੱਗ ਪੈਂਦੇ ਨੇ ਇਹਦੇ ਤੋਂ, ਤੁਰਿਆ ਨਹੀਂ ਜਾਂਦਾ। ਕਹਿਣ ਲੱਗਾ, ਕੌਣ ਆ ਜਿਹਨੇ ਕਾਨੂੰਨ ਤੋੜਿਆ, ਮੇਰਾ ਬਣਾਇਆ ਕਾਨੂੰਨ ਤੋੜਿਆ। ਅੱਖਾਂ ਮੀਟ ਕੇ ਵੇਖੈ ਫਿਰ ਧਿਆਨ ਲਗਾਏ ਕਰ,
ਇੱਕ ਫਕੀਰ ਵੱਡਾ ਮਸਤਾਨਾ। ਆਪਦੀ ਉਹਨੇ ਅੱਖਾਂ ਦੇ ਨਾਲ ਧਿਆਨ ਲਾ ਕੇ, ਉਹ ਵੀ ਬੜਾ ਕਲਾਵਾਨ ਸੀ, ਬੈਠੇ ਨੇ ਦੇਖਿਆ ਵੀ ਕੌਣ ਆ ਇਹ, ਕੌਣ ਰਬਾਬ ਵਜਾ ਰਿਹਾ, ਕੌਣ ਆ, ਕੌਣ ਗੀਤ ਗਾ ਰਿਹਾ, ਅੱਲਾ ਦੇ, ਖੁਦਾ ਦੇ। ਦੇਖਿਆ ਦੋ ਫਕੀਰ ਤਬੀਅਤ ਦੇ ਬੰਦੇ ਨੇ, ਬੈਠੇ ਬੈਠੇ ਨੇ ਦੱਸਿਆ। ਚੇਲਿਆਂ ਨੂੰ ਬੁਲਾਇਆ, ਕਹਿਣ ਲੱਗਾ ਆਓ ਚੱਲੋ ਮੇਰੇ ਨਾਲ। ਤੇ ਉਹ ਬੰਦੇ ਜਿਹੜੇ ਗਾ ਰਹੇ ਨੇ, ਦੇਖੋ ਤੁਸੀਂ ਪਹਿਲਾਂ ਜਾ ਕੇ, ਮੈਂ ਪਿੱਛੇ ਪਿੱਛੇ ਆਵਾਂਗਾ ਉਹ ਕੌਣ ਨੇ। ਪਰ ਦੋ ਬੰਦੇ ਮੈਂ ਦੇਖ ਲਏ ਨੇ ਸੁਰਤ ਦੇ ਨਾਲ, ਤੁਸੀਂ ਵੀ ਪਤਾ ਕਰੋ। ਉਹਦੇ ਮਰੀਦ, ਉਹਦੇ ਚੇਲੇ ਗਏ ਨੇ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਵਾਪਸ ਆਏ ਤੇ ਕਹਿਣ ਲੱਗੇ ਨਾਨਕ ਕਲ ਵਿੱਚ ਆਇਆ ਭਾਈ ਗੁਰਦਾਸ ਜੀ, ਰੱਬ ਫਕੀਰ ਇੱਕੋ ਪਹਿਚਾਨਾ। ਕਹਿੰਦੇ ਜੀ ਉਹ ਦੋ ਜਿਹੜੇ ਫਕੀਰ ਰਬਾਬ ਇੱਕ ਵਜਾ ਰਿਹਾ ਇੱਕ ਗਾ ਰਿਹਾ, ਉਹ ਜੋ ਗਾਉਂਦਾ ਹੈ ਉਹਦੇ ਸਰੀਰ ਦੇ ਦਰਸ਼ਨ ਜਿਹੜੇ ਨੇ ਉਹ ਇਉਂ ਲੱਗਦਾ ਰੱਬ ਦੇ ਦਰਸ਼ਨ ਨੇ, ਇਉਂ ਲੱਗਦਾ ਰੱਬ ਗਾ ਰਿਹਾ, ਖੁਦ ਖੁਦਾ ਬੈਠਾ ਹੈ। ਇਤਨੀ ਅਡੋਲਤਾ, ਇਤਨੀ ਸੁੰਦਰ ਰਬਾਬ ਵੱਜ ਰਹੀ ਆ ਉਹਦੀਆਂ ਧੁਨਾਂ, ਸੰਗੀਤ ਬਾ ਕਮਾਲ, ਰੱਬ ਦੇ ਦਰਸ਼ਨ ਨੇ। ਨਾਨਕ ਕਲ ਵਿੱਚ ਆਇਆ, ਤੇ ਪੁੱਛਣ ਤੇ ਪਤਾ ਲੱਗਿਆ ਵੀ ਉਹਨਾਂ ਦਾ ਨਾਮ ਨਾਨਕ ਹੈ, ਕਲਯੁਗ ਦੇ ਵਿੱਚ ਉਹ ਆਏ ਹੋਏ ਨੇ ਤੇ ਇੱਦਾਂ ਹੀ ਰੱਬ ਦੇ ਗੀਤ ਗਾਉਂਦੇ ਰਹਿੰਦੇ ਨੇ। ਦਸਤਗੀਰ ਪੀਰ ਗੁੱਸੇ ਵਿੱਚ ਆਇਆ, ਹਉਮੈ ਸਾਰਾ ਵਿਸ਼ਾ ਹਉਮੈ ਦਾ ਹੀ ਅੱਜ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹਉਮੈ ਰੋਗ ਗਏ। ਹਉਮੈ 'ਚ ਸੀ, ਕਹਿਣ ਲੱਗਾ ਤੁਸੀਂ ਉਹਨੂੰ ਰੱਬ ਕਹਿ ਰਹੇ ਹੋ, ਤੁਹਾਨੂੰ ਪਤਾ ਨਹੀਂ ਉਹਨੇ ਸਾਡੇ ਕਾਨੂੰਨ ਨੂੰ ਤੋੜਿਆ ਹੈ, ਉਹਨੇ ਹਜ਼ਰਤ ਮੁਹੰਮਦ ਸਾਹਿਬ ਤੋਂ ਉਲਟ ਗੱਲ ਕਹੀ ਆ। ਸਾਡੇ ਵਿੱਚ 7 ਪਾਤਾਲ, ਕੁਰਾਨ ਸ਼ਰੀਫ ਮੁਕੱਦਸ ਕਿਤਾਬ ਦੇ ਵਿੱਚ 7 ਆਕਾਸ਼ ਨੇ, ਤੇ ਧਰਤੀ ਤੋਂ ਪਤਾਲ ਤੱਕ 7 ਪਤਾਲ, ਧਰਤੀ ਤੋਂ ਆਕਾਸ਼ ਤੱਕ 7 ਆਕਾਸ਼, ਇੱਦਾਂ 14 ਤਬਕ ਨੇ, 14 ਲੋਕ ਨੇ। ਉਹ ਕਹਿ ਰਿਹਾ ਪਾਤਾਲਾਂ ਪਾਤਾਲ ਲੱਖ ਲੱਖਾਂ ਹੀ ਨੇ, ਤੁਸੀਂ ਉਹਨੂੰ ਰੱਬ ਕਹਿ ਰਹੇ ਹੋ। ਮਰੀਦ ਕਹਿਣ ਲੱਗੇ ਅੱਛਾ ਇਹ ਤਾਂ ਬਹੁਤ ਮਾੜੀ ਗੱਲ ਆ ਫਿਰ। ਤੇ ਉਹ ਸੰਗੀਤ ਉਹਨੇ ਗਾਇਆ, ਪਹਿਲਾ ਲਾਅ ਤੋੜ ਦਿੱਤਾ, ਕਾਨੂੰਨ ਪਹਿਲਾ ਤੋੜਿਆ। ਬਗਦਾਦ ਵਿੱਚ ਕੋਈ ਗਾ ਨਹੀਂ ਸਕਦਾ ਸੀ, ਕਾਨੂੰਨ ਸੀ। ਪਹਿਲੀ ਗਲਤੀ ਇਹ। ਦੂਜੀ ਗਲਤੀ ਇਹ ਕੀਤੀ ਆ, ਲੱਖਾਂ ਹੀ ਪਤਾਲ ਕਹਿ ਦਿੱਤੇ, ਲੱਖਾਂ ਹੀ ਆਕਾਸ਼ ਕਹਿ ਦਿੱਤੇ, ਹੈਗੇ 14 ਨੇ ਕੁਰਾਨ ਸ਼ਰੀਫ ਦੇ ਅਕੋਰਡਿੰਗ। ਕਹਿਣ ਲੱਗਾ ਪੀਰ ਦਸਤਗੀਰ, ਇਉਂ ਕਰੋ ਹੱਥਾਂ ਵਿੱਚ ਰੋੜੇ ਚੱਕ ਲਓ, ਆਓ ਮੇਰੇ ਪਿੱਛੇ, ਉਹ ਜੋ ਗਾ ਰਹੇ ਆ ਉਹਨਾਂ ਨੂੰ ਸਜ਼ਾ ਦਈਏ ਜਾ ਕੇ। ਰੋੜੇ ਮਾਰ ਮਾਰ ਕੇ ਫੌਤ ਕਰ ਦਿਓ ਉਹਨੂੰ, ਭਾਵ ਮਾਰ ਦਿਓ। ਅੱਜ ਵੀ ਅਰਬ ਕੰਟਰੀਆਂ ਦੇ ਵਿੱਚ ਤੁਸੀਂ ਸਾਰੇ ਮੇਰੇ ਨਾਲੋਂ ਉਮਰ 'ਚ ਵੱਡੇ ਹੋ, ਤੁਹਾਡੇ ਤਜਰਬੇ ਵੀ ਵੱਡੇ ਹੋਣਗੇ, ਤੁਸੀਂ ਮੇਰੇ ਨਾਲੋਂ ਸੁਣਿਆ ਵੀ ਵੱਧ ਆ, ਜਾਣਿਆ ਵੀ ਵੱਧ ਹੋਵੇਗਾ, ਸੰਗਤ ਵੀ ਵੱਧ ਕੀਤੀ ਹੋਵੇਗੀ। ਅਰਬ ਕੰਟਰੀਆਂ ਦੇ ਵਿੱਚ ਅੱਜ ਵੀ ਉਹ ਸਜ਼ਾ ਰਾਜਾ ਦਿੰਦਾ ਹੈ, ਤੇ ਸਾਹਮਣੇ ਸਾਰਿਆਂ ਦੇ ਚੌਂਕ 'ਚ ਖੜਾ ਕੇ ਬੰਦਿਆਂ ਦੇ ਬੱਟੇ ਮਾਰੇ ਜਾਂਦੇ ਨੇ, ਰੋੜੇ ਮਾਰ ਕੇ ਕਈਆਂ ਨੂੰ ਮਾਰਨ ਦੀ ਸਜ਼ਾ ਹੈ ਕਿ ਬੰਨ੍ਹ ਲਓ ਬੰਦੇ ਨੂੰ, ਰੋੜੇ ਮਾਰ 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 ਦਿਓ ਜਾਂ ਗਲਾ ਕੱਟ ਦਿਓ। ਅਰਬ ਕੰਟਰੀਆਂ ਵਿੱਚ ਇੱਦਾਂ ਹੀ ਆ, ਇੱਕ ਰਾਜੇ ਦਾ ਰਾਜ ਹੁੰਦਾ। ਦਸਤਗੀਰ ਕਹਿਣ ਲੱਗਾ ਕਿ ਇਹ ਬੰਦਾ ਜਿਹੜਾ ਹੈ ਗਾ ਰਿਹਾ, ਆਪਾਂ ਇਹਨੂੰ ਰੋੜੇ ਮਾਰ 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 ਦੇਣਾ। ਨਾਲ ਮਰੀਦ ਲੈ ਲਏ ਨੇ, ਜਿੱਥੇ ਗੁਰੂ ਨਾਨਕ ਜੀ ਫਿਰ ਬਾਬਾ ਗਿਆ ਬਗਦਾਦ ਨੂੰ, ਬਗਦਾਦ ਦੇ ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਪਿਆ ਹੈਰਾਨਾ। ਸੁਨ ਮੁਨ ਸਾਰੀ ਨਗਰੀ ਹੋ ਗਈ ਕਿ ਇਹਨੇ ਕੀ ਕਹਿ ਦਿੱਤਾ। ਲੱਖਾਂ ਹੀ ਪਤਾਲ, ਲੱਖਾਂ ਹੀ ਆਕਾਸ਼, ਸਾਡੀ ਮੁਕੱਦਸ ਕਿਤਾਬ ਕੁਰਾਨ ਸ਼ਰੀਫ ਵਿੱਚ 14 ਹੀ ਲਿਖੇ ਨੇ। 7 ਪਤਾਲ 7 ਆਕਾਸ਼, ਕੁੱਲ ਮਿਲਾ ਕੇ 14 ਤਬਕ ਬਣਦੇ ਨੇ। ਲੱਖ ਕਿਵੇਂ ਹੋ ਗਏ? ਹਜ਼ਰਤ ਮੁਹੰਮਦ ਸਾਹਿਬ ਤੋਂ ਉਲਟ ਚੱਲਿਆ ਹੈ, ਰੋੜੇ ਮਾਰ ਮਾਰ ਇਹਨੂੰ ਮਾਰ ਦਿਓ।
ਤੇ ਭਾਈ ਗੁਰਦਾਸ ਜੀ ਫਿਰ ਲਿਖਦੇ ਨੇ, ਪੀਰ ਆਇਆ ਬੜੇ ਗੁੱਸੇ 'ਚ ਆਇਆ, ਹਉਮੈ ਹਉਮੈ ਸਾਰਿਆਂ ਪਿੱਛੇ, ਹਰ ਚੀਜ਼ ਪਿੱਛੇ ਹਉਮੈ ਹੈ। ਸਾਰਾ ਹੁਕਮਨਾਮਾ ਅੱਜ ਦਾ ਉਹਦਾ ਜੇ ਆਪਾਂ ਕਹੀਏ ਕੇਂਦਰੀ ਭਾਵ ਤਾਂ ਹਉਮੈ ਹੀ ਆ। ਉਦਾਹਰਨਾਂ ਮਹਾਰਾਜ ਨੇ ਵੱਖ ਵੱਖ ਦੇ ਦਿੱਤੀਆਂ ਨੇ। ਹਉਮੈ 'ਚ ਆ ਗਿਆ। ਅਗਲੀ ਪੌੜੀ 'ਚ ਕਹਿੰਦੇ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਾਈ। ਕਹਿਣ ਲੱਗੇ, ਕੌਣ ਹੋ ਤੁਸੀਂ? ਤੇ ਗੁੱਸੇ ਵਿੱਚ ਆ ਕੇ ਪੁੱਛਦਾ ਪੀਰ, ਕਿਉਂਕਿ ਜਿਹੜੇ ਬੰਦੇ ਨੇ ਵਿਚਾਰ ਕਰਨੀ ਆ ਉਹ ਕੁਝ, ਉਹਦਾ ਲਹਿਜਾ ਕੁਝ ਹੋਰ ਹੋਵੇਗਾ। ਉਹ ਗੁੱਸੇ 'ਚ ਥੋੜ੍ਹੀ ਆਵੇਗਾ, ਉਹ ਤਾਂ ਵਿਚਾਰ ਕਰੇਗਾ। ਉਹਨੇ ਗੁੱਸੇ 'ਚ ਆ ਕੇ ਪੁੱਛਿਆ ਕਿ ਤੂੰ ਕੌਣ ਆ, ਜਿਹੜਾ ਕਿ ਆ ਕੇ ਇੱਥੇ ਆਪਣੀਆਂ ਕਰਾਮਾਤਾਂ ਦਿਖਾ ਰਿਹਾ, ਤੂੰ ਗਾ ਰਿਹਾ। ਪਹਿਲੀ ਗੱਲ, ਤੂੰ ਗਾਇਆ ਕਿਉਂ? ਦੂਜੀ ਗੱਲ, ਤੂੰ ਲੱਖਾਂ ਪਤਾਲ ਕਹਤੇ, ਲੱਖਾਂ ਆਕਾਸ਼ ਕਹਤੇ, ਇਹ ਕਿਵੇਂ ਹੋ ਜਾਏਗਾ? ਸਾਡੀ ਸ਼ਰ੍ਹਾ ਤੋਂ ਉਲਟ ਕਿਹਾ, ਉਹ ਵੀ ਸਾਡੀ ਨਗਰੀ 'ਚ ਆ ਕੇ। ਪਾਤਾਲਾਂ ਆਕਾਸ਼ ਲੱਖ, ਓੜਕ ਭਾਲੀ ਖਬਰ ਸੁਣਾਈ, ਫੇਰ ਦੁਰਾਇਨ ਦਸਤਗੀਰ, ਅਸੀਂ ਪੇ ਵੇਖਾਂ ਜੋ ਤੋਏ ਪਾਈ। ਤੈਨੂੰ ਪਤਾ ਨਹੀਂ ਇੱਥੇ ਗਾਉਣ ਦੀ ਮਨਾਹੀ ਆ, ਇੱਥੇ ਕੋਈ ਗਾ ਨਹੀਂ ਸਕਦਾ। ਬਗਦਾਦ ਵਿੱਚ ਕਾਨੂੰਨ ਹੀ ਨਹੀਂ ਹੈਗਾ ਕੋਈ ਗਾਵੇ। ਤੂੰ ਰਬਾਬ ਵਜਾਈ ਹੈ, ਤੇਰੇ ਸਾਥੀ ਨੇ ਤੂੰ ਗਾਇਆ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਪੀਰ ਜੀ, ਉਹੀ ਫਿਲਾਸਫੀ ਹਰ ਵਾਰ, ਉਹੀ ਫਲਸਫਾ ਪਿਆਰ ਨਾਲ ਕਹਿਣ ਵਾਲਾ। ਕਹਿਣ ਲੱਗੇ, ਪੀਰ ਜੀ ਗੁੱਸਾ ਕਿਉਂ ਕਰਦੇ ਹੋ? ਅਸੀਂ ਰਬਾਬ ਨਹੀਂ ਵਜਾਉਂਦੇ, ਅਸੀਂ ਸੰਗੀਤ ਨਹੀਂ ਗਾਉਂਦੇ, ਪਰ ਹਰ ਚੀਜ਼ ਸੰਗੀਤ 'ਚ ਆ। ਕਿਹੜੀ ਕਿਹੜੀ ਚੀਜ਼ ਨੂੰ ਰੋਕੋਗੇ? ਬਗਦਾਦ ਵਿੱਚ ਕਿਹੜੀ ਕਿਹੜੀ ਚੀਜ਼ ਬੈਨ ਕਰੋਗੇ? ਕੀ ਸੰਗੀਤ 'ਚ ਆ? ਝੂਲਦੇ ਹੋਏ ਪੱਤੇ ਸੰਗੀਤ 'ਚ ਆ। ਕਹਿੰਦੇ, ਪੀਰ ਜੀ ਆਪਣੇ ਹੱਥ ਨਾਲ ਆਪਣੀ ਨਬਜ਼ ਫੜ ਕੇ ਦੇਖੋ, ਉਹ ਵੀ ਇੱਕ ਤਾਲ 'ਚ ਚੱਲ ਰਹੀ ਆ, ਨਬਜ਼ ਸੰਗੀਤ 'ਚ ਆ। ਆਪਦੇ ਦਿਲ 'ਤੇ ਹੱਥ ਰੱਖ ਕੇ ਦੇਖੋ ਪੀਰ ਜੀ, ਉਹ ਧੜਕ ਰਿਹਾ ਸੰਗੀਤ 'ਚ ਆ, ਇੱਕ ਤਾਲ 'ਚ ਧੜਕ ਰਿਹਾ। ਜੇ ਵੱਧ ਘਟ ਗਿਆ ਤੇ ਬੰਦੇ ਦੀ ਡਾਮਾਡੋਲ ਹੋ ਜਾਏਗਾ, ਸਰੀਰ ਮੌਤ ਹੋ ਜਾਏਗੀ। ਦੇਖੋ ਨਾ, ਦਿਲ ਦੀ ਧੜਕਣ ਸੰਗੀਤ 'ਚ। ਚਿੜੀਆਂ ਗਾ ਰਹੀਆਂ, ਉਹਨੂੰ ਕਿਵੇਂ ਰੋਕੋਗੇ? ਸੰਗੀਤ 'ਚ ਗਾਉਂਦੀਆਂ। ਪੰਛੀ ਚਹਿਚਹਾ ਰਹੇ ਨੇ, ਅਸੀਂ ਰਬਾਬ ਨਹੀਂ ਵਜਾਉਂਦੇ। ਦਿਲ ਦਾ ਧੜਕਣਾ ਸੰਗੀਤ ਹੈ, ਨਬਜ਼ ਚੱਲਣੀ ਸੰਗੀਤ ਹੈ। ਪੀਰ ਜੀ ਤੁਸੀਂ ਕਹਿੰਦੇ ਹੋ ਸੰਗੀਤ ਨਹੀਂ ਹੈ, ਕੁਝ ਵੀ ਗਾਉਣਾ ਨਹੀਂ। ਇੱਥੇ ਹਰ ਚੀਜ਼ ਗਾ ਰਹੀ ਆ। ਦਿਲ ਦੀ ਧੜਕਣ ਵੀ ਸੰਗੀਤ 'ਚ ਹੀ ਹੁੰਦੀ ਆ। ਨਬਜ਼ ਫੜ ਕੇ ਦੇਖਿਓ ਕਦੇ, ਟਿਕ 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 ਕਰਕੇ ਚੱਲਦੀ ਆ। ਘੜੀ ਦੀ ਸੂਈ ਦੇ ਵਾਂਗ ਅੱਗੇ ਪਿੱਛੇ ਹੋ ਜੇ ਤੇ ਸਰੀਰ ਬਿਮਾਰ ਹੋ ਜਾਂਦਾ। ਇਹ ਸਭ ਸੰਗੀਤ 'ਚ ਆ। ਅਸੀਂ ਰਬਾਬ ਦਸਤਗੀਰ ਪੀਰ ਜੀ ਨਹੀਂ ਵਜਾਉਂਦੇ, ਨਹੀਂ ਵਜਾਉਂਦੇ। ਹਉਮੈ, ਸਾਰੀਆਂ ਚੀਜ਼ਾਂ ਪਿੱਛੇ ਹਉਮੈ। ਬਗਦਾਦ ਵਿੱਚ ਕੋਈ ਸੰਗੀਤ ਨਹੀਂ ਗਾ ਸਕਦਾ, ਹਉਮੈ ਹੀ ਸੀ ਇਹਦੇ ਪਿੱਛੇ। ਦਸਤਗੀਰ ਭਾਵੇਂ ਪੀਰ ਸੀ, ਇਹਨਾਂ ਨੇ ਤਾਂ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਹਉਮੈ ਨੇ ਤਾਂ ਦੇਵਤਿਆਂ ਨੂੰ ਵੀ ਛੱਡਿਆ ਨਹੀਂ। ਗੁਰੂ ਰਾਮਦਾਸ ਜੀ ਕਹਿੰਦੇ, ਪੀਰ ਨੂੰ ਵੀ ਹਉਮੈ ਹੀ ਖਾ ਗਈ। ਦਸਤਗੀਰ ਪੀਰ ਹਉਮੈ 'ਚ ਆਇਆ ਸੀ, ਰੋੜੇ ਹੱਥਾਂ 'ਚ ਫੜੇ ਸੀ। ਤੇ ਜਦੋਂ ਅਗਲਾ ਸਵਾਲ ਪੁੱਛਿਆ, ਚਲੋ ਕਹਿੰਦੇ ਸੰਗੀਤ ਨੂੰ ਛੱਡੋ, ਕੋਈ ਗੱਲ ਨਹੀਂ, ਸੰਗੀਤ ਨੂੰ ਪਾਸੇ ਕਰ ਦਿਓ। ਦੂਜੀ ਗੱਲ ਕਹਿੰਦੇ, ਤੁਸਾਂ ਕੁਫਰ ਤੋਲਿਆ, ਝੂਠ ਬੋਲਿਆ, ਕੁਰਾਨ ਸ਼ਰੀਫ ਦੀ ਬੇਇੱਜ਼ਤੀ ਕੀਤੀ ਆ। ਸਾਡੇ ਵਿੱਚ 7 ਪਾਤਾਲ 7 ਆਕਾਸ਼ ਨੇ, 14 ਹੋ ਗਏ ਕੁੱਲ ਤਬਕ, ਤੁਸੀਂ ਲੱਖਾਂ ਕਹੇ ਨੇ। ਹਜ਼ਰਤ ਮੁਹੰਮਦ ਸਾਹਿਬ ਨੂੰ ਝੂਠਾ ਪਾਇਆ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਹਜ਼ਰਤ ਮੁਹੰਮਦ ਸਾਹਿਬ ਸਹੀ ਨੇ। ਜਿਹੜੇ ਹੱਥਾਂ 'ਚ ਰੋੜੇ ਫੜੇ ਸੀ, ਫਿਰ ਉਹਨਾਂ ਨੇ ਸੁੱਟੇ ਨੇ। ਜਦੋਂ ਕਿਹਾ ਹਜ਼ਰਤ ਮੁਹੰਮਦ ਸਾਹਿਬ ਆਪਣੀ ਜਗ੍ਹਾ ਸਹੀ ਨੇ, ਉਹਨਾਂ ਨੇ ਬੰਦਗੀ ਕੀਤੀ। ਜਦੋਂ ਉਹਨਾਂ ਨੂੰ 14 ਹੀ ਦਿਖੇ ਲੋਕ, ਉਹਨਾਂ 14 ਕਹਿ ਦਿੱਤੇ। ਮੈਂ ਬੰਦਗੀ ਕਰ ਰਿਹਾ ਸੀ, ਮੈਨੂੰ ਲੱਖਾਂ ਦਿਖੇ ਤੇ ਮੈਂ ਲੱਖਾਂ ਕਹਿ ਦਿੱਤੇ। ਹਜ਼ਰਤ ਮੁਹੰਮਦ ਸਾਹਿਬ ਆਪਣੀ ਜਗ੍ਹਾ ਠੀਕ ਨੇ, ਮੈਂ ਵੀ ਆਪਣੀ ਜਗ੍ਹਾ ਠੀਕ ਹਾਂ। ਫਿਰ ਭਾਈ ਗੁਰਦਾਸ ਜੀ ਲਿਖਦੇ ਨੇ,
कि फिर पीर कहन लगा, फेर दुराइन दस्तगीर असां पे वेखा जो तुह पाई। कहंदा नहीं, मैं नहीं ਮੰਨਦਾ। ਜਿੱਥੇ ਕੋਈ ਮੰਨਿਆ ਨਹੀਂ ਨਾ ਸ਼ਬਦਾਂ ਨਾਲ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹ ਕਰਾਮਾਤ ਰਾਹੀਂ ਕੀਤੀ ਨਹੀਂ, ਉਹ ਹੋ ਗਈ ਆ। ਕਿਸੇ ਨੂੰ ਜਣਾਉਂਦਿਆਂ ਇਹ ਨਹੀਂ ਸੀ ਕਿ ਮੈਂ ਦਿਖਾਉਣੀ ਆ ਚੀਜ਼, ਨਹੀਂ, ਉਹਨੂੰ ਸਮਝਾਇਆ, ਸਮਝਾਉਣ ਦੇ ਨਾਲ ਉਹ ਕਰਾਮਾਤ ਹੋਈ ਆ, ਕੀਤੀ ਨਹੀਂ ਹੈਗੀ, ਹੋਈ ਹੈ। ਕਰਨਾ ਕੁਝ ਹੋਰ ਹੁੰਦਾ, ਕਿਸੇ ਤੋਂ ਕੁਝ ਹੋਣਾ ਹੋਰ ਹੁੰਦਾ ਹੈ। ਤਾਂ ਫਿਰ ਕਹਿੰਦੇ ਤੂੰ ਇਉਂ ਕਰ ਪੀਰ, ਜਿਹੜੇ ਬੰਦੇ 'ਤੇ ਤੁਹਾਨੂੰ ਭਰੋਸਾ ਹੈ ਬਗਦਾਦ ਵਿੱਚ, ਉਹਨੂੰ ਕਹਿ ਦਿਓ ਮੈਂ ਉਹਨੂੰ ਦਿਖਾ ਦੇਵਾਂਗਾ। ਆਪਦੇ ਮਰੀਦਾਂ 'ਚ ਕਿਸੇ 'ਤੇ ਭਰੋਸਾ ਹੋਵੇਗਾ। ਪੀਰ ਤਾਂ ਹਉਮੈ 'ਚ ਡੁੱਬਿਆ ਸੀ, ਹਉਮੈ 'ਚ ਡੁੱਬਿਆ ਬੰਦਾ, ਉਹਨੂੰ ਨਹੀਂ ਦਿਖਦਾ ਕੁਝ, ਉਹਨੂੰ ਕਿੱਥੇ ਪਤਾਲ ਦਿਖਣੇ ਸੀ, ਉਹਨੂੰ ਤਾਂ ਆਪਦੀ ਹਉਮੈ ਹੀ ਸੀ ਕਿ ਉਹ ਕਹਿਣ ਲੱਗਾ ਮੈਂ ਕਿਹਦੇ 'ਤੇ ਭਰੋਸਾ ਕਰਾਂ, ਕਿਹਦੇ 'ਤੇ ਵਿਸ਼ਵਾਸ ਕਰਾਂ। ਇੰਨੇ ਉਹਦੇ ਮਰੀਦ ਸੀ ਨਾ, ਦਸਤਗੀਰ ਪੀਰ ਦੇ ਬੜੇ ਚੇਲੇ ਸੀ, ਪਰ ਉਹਨੇ ਚੁਣਿਆ ਪਤਾ ਕਿਹਨੂੰ? ਭਾਈ ਗੁਰਦਾਸ ਜੀ ਕਹਿੰਦੇ ਆਪਣੇ ਪੁੱਤਰ ਨੂੰ ਚੁਣਿਆ। ਪੀਰ ਨੇ ਆਪਣੇ ਪੁੱਤਰ ਨੂੰ ਚੁਣਿਆ ਕਿ ਮੈਨੂੰ ਇਹਦੇ 'ਤੇ ਭਰੋਸਾ ਹੈ। ਦੁਨੀਆ 'ਚ ਜਿੰਨੇ ਵੀ ਇਹ ਪੀਰ ਫਕੀਰ ਹੁੰਦੇ ਨੇ ਨਾ, ਬੰਦਾ ਭਾਵੇਂ ਲੱਖ ਕਹੇ ਕਿ ਉਹ ਬੰਦੇ ਦੇ ਇੰਨੇ ਮਰੀਦ ਨੇ, ਪਰ ਉਹਨੂੰ ਆਪਣਾ ਭਰੋਸਾ ਪੁੱਤਰ 'ਤੇ ਹੀ ਸੀ। ਦੁਨੀਆ 'ਚ ਪਹਿਲੀ ਕੌਮ ਆ, ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰਾਂ ਨੂੰ ਛੱਡ ਕੇ ਸੇਵਕਾਂ ਦੀ ਬਾਂਹ ਫੜੀ, ਉਹਨਾਂ ਨੂੰ ਗੱਦੀ ਦਿੱਤੀ ਆ। ਨਹੀਂ, ਆਮ ਡੇਰਿਆਂ ਵਿੱਚ ਪੀੜ੍ਹੀ ਦਰ ਪੀੜ੍ਹੀ, ਨਹੀਂ ਤਾਂ ਭਾਣਜੇ ਨੂੰ, ਭਤੀਜੇ ਨੂੰ, ਪੁੱਤਰਾਂ ਨੂੰ ਗੱਦੀ ਦੇਈ ਜਾਂਦੇ। ਗੁਰੂ ਨਾਨਕ ਦੇ ਘਰ ਵਿੱਚ ਇਹ ਨਹੀਂ ਹੈਗਾ, ਇਹ ਥੋੜ੍ਹਾ ਹਟ ਕੇ ਆ, ਤਾਂ ਹੀ ਯੂਨੀਕ ਆ, ਵਿਲੱਖਣ ਆ। ਤਾਂ ਉਹਨੇ ਆਪਣੇ ਪੁੱਤਰ ਨੂੰ ਹੀ ਚੁਣਿਆ, ਭਾਵੇਂ ਮਰੀਦ ਬਹੁਤ ਸੀ ਉਹਦੇ ਪੀਰ ਦੇ। ਕਹਿੰਦਾ ਤੁਸੀਂ ਇਉਂ ਕਰੋ, ਆਹ ਮੇਰੇ ਪੁੱਤਰ 'ਤੇ ਮੈਨੂੰ ਯਕੀਨ ਆ, ਇਹਨੂੰ ਫਿਰ ਦਿਖਾਓ, ਫਿਰ ਮੈਂ ਮੰਨ ਜਾਵਾਂਗਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ। ਸਾਹਮਣੇ ਮਹਾਰਾਜ ਨੇ ਬਿਠਾਇਆ, ਉਹਦੀ ਉਮਰ ਛੋਟੀ ਸੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ, ਕਹਿੰਦੇ ਕਿ ਜਿਵੇਂ ਬਾਲ ਬੁੱਧ ਹੁੰਦੀ ਆ ਨਾ, ਤੇ ਉਹਨੂੰ ਹੀ ਇਹ ਦਰਸ਼ਨ ਹੋ ਸਕਦੇ ਆ। ਜਦੋਂ ਬੰਦਾ ਵੱਡਾ ਹੋਈ ਜਾਂਦਾ, ਸਰੀਰ ਉਹਦਾ ਵੱਡਾ ਹੋਈ ਜਾਂਦਾ, ਹੁੰਨੇ ਤਾਂ ਅਸੀਂ ਛੋਟੇ ਹਾਂ ਰੋਜ਼, ਹਉਮੈ ਭਾਵੇਂ ਕਹਿ ਦਿੰਦੀ ਮੈਂ ਵੱਡਾ ਹੋ ਗਿਆ, ਕਾਰੋਬਾਰ ਵੱਡਾ ਹੋ ਗਿਆ, ਬੰਦੇ ਨੂੰ ਲੱਗਦਾ ਮੈਂ ਵੱਡਾ ਹੋ ਰਿਹਾ, ਪਰ ਅਸੀਂ ਛੋਟੇ ਹੁੰਦੇ ਹਾਂ ਰੋਜ਼। ਉਹ ਉਮਰ ਕਰਕੇ ਜਿਹੜਾ ਛੋਟਾ ਸੀ, ਤੇ ਉਹਨੂੰ ਸਾਹਮਣੇ ਬਿਠਾਇਆ। ਮਹਾਰਾਜ ਨੇ ਕਿਹਾ, ਕਹੋ ਪਿਆਰੇ ਇੱਕ ਓੰਕਾਰ ਸਤਿਨਾਮ। 3 ਵਾਰੀ ਉਹ ਤੋਂ ਕਹਾਇਆ, ਇੱਕ ਓੰਕਾਰ ਸਤਿਨਾਮ, ਇੱਕ ਓੰਕਾਰ ਸਤਿਨਾਮ। ਜਦੋਂ ਪੀਰ ਦੇ ਬੇਟੇ ਨੇ ਇਵੇਂ ਆਖਿਆ, ਲੱਖ ਆਕਾਸ਼ ਪਤਾਲ ਲਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਭਾਈ ਗੁਰਦਾਸ ਜੀ ਕਹਿੰਦੇ ਉਹਦਾ ਸਰੀਰ ਉੱਥੇ ਹੀ ਰਿਹਾ, ਉਹਦੀ ਸੁਰਤ ਨੂੰ ਮਹਾਰਾਜ ਯੂਨੀਵਰਸ ਬ੍ਰਹਿਮੰਡ ਦੇ ਵਿੱਚ ਲੈ ਗਏ। ਸੁਰਤ ਨੂੰ, ਉਹ ਬੱਚੇ ਦੀ ਸੁਰਤ ਸੀ ਨਾ, ਨਾਲ ਉਹਨੂੰ ਲੈ ਗਏ ਤੇ ਸਾਰੇ ਬ੍ਰਹਿਮੰਡ ਦੇ ਦਰਸ਼ਨ ਕਰਵਾਏ। ਅੱਖਾਂ ਕਿੰਨੇ ਸਮੇਂ 'ਚ, ਅੱਖ ਫਰਕਣ ਜਿਤਨੇ ਸਮੇਂ 'ਚ ਉਹ ਗੁਰੂ ਨਾਨਕ ਨੇ। ਤੇ ਤਰਕ ਕਰਨ ਨੂੰ ਤਾਂ ਆਪਾਂ ਜੋ ਮਰਜ਼ੀ ਕਰੀ ਚੱਲੀਏ, ਭਰੋਸਾ ਕਰਨ ਲਈ ਬਹੁਤ ਵੱਡਾ ਜਿਗਰਾ ਤੇ ਬਹੁਤ ਵੱਡੀ ਸਮਝ ਚਾਹੀਦੀ ਹੈ। ਤਰਕ ਤਾਂ ਜਵਾਕ ਵੀ ਕਰ ਦੂਗਾ, ਆਹ ਕੰਮ ਇਉਂ ਕਿਵੇਂ ਹੋ ਜਾਏਗਾ, ਬੱਚਾ ਵੀ ਕਰ ਦੇਗਾ। ਤਾਂ ਅੱਖ ਫਰਕਣ ਜਿੰਨੇ ਸਮੇਂ 'ਚ ਭਾਈ ਗੁਰਦਾਸ ਜੀ ਕਹਿੰਦੇ ਸਾਰੇ ਆਕਾਸ਼, ਸਾਰੇ ਪਤਾਲ ਦਿਖਾ ਦਿੱਤੇ, ਲੱਖਾਂ ਹੀ ਦਿਖਾ ਦਿੱਤੇ। ਕਹਿੰਦੇ ਪਰਮਾਤਮਾ ਦੇ ਇੱਕ ਰੋਮ ਦੇ ਵਿੱਚ ਲੱਖਾਂ ਹੀ, ਇੱਕ ਰੋਮ ਦੇ ਵਿੱਚ ਕਈ ਪਤਾਲ, ਕਈ ਆਕਾਸ਼ ਨੇ। ਬੱਚੇ ਨੂੰ ਦਰਸ਼ਨ ਕਰਵਾ ਦਿੱਤੇ। ਫਿਰ ਕਹਿੰਦੇ ਪੁੱਤਰ, ਇਹ ਸੁਰਤ ਰਾਹੀਂ ਸਮਝਾ ਰਹੇ ਨੇ, ਪੁੱਤਰ ਇਹ ਕਲਯੁਗ ਆ, ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਹੋ ਸਕਦਾ ਤੇਰਾ ਪਿਤਾ ਤੇਰੇ ਤੇ ਯਕੀਨ ਨਾ ਕਰੇ, ਹੋ ਸਕਦਾ ਇਹ ਕਲਯੁਗ ਆ, ਉਹਨੂੰ ਯਕੀਨ ਨਾ ਆਵੇ, ਉਹ ਕਵੇ ਵੀ ਇਹ ਵੀ ਝੂਠ ਬੋਲਦਾ, ਨਹੀਂ ਹੋ ਸਕਦਾ। ਫਿਰ ਕੀ ਹੋਇਆ, ਭਰ ਕਚ ਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ। ਕੜਾ ਪ੍ਰਸ਼ਾਦ ਪਹਿਲੀ ਵਾਰ ਕਿੱਥੇ ਤੇ ਕਿਉਂ ਵਰਤਿਆ, ਉਹਦੀ ਗਾਥਾ ਹੈ ਇਹ। ਪਹਿਲੀ ਵਾਰ ਕਿੱਥੇ ਤੇ ਕਿਉਂ ਵਰਤਿਆ, ਕਿਹੜਾ ਸਥਾਨ ਸੀ।
ਗੁਰੂ ਨਾਨਕ ਸਾਹਿਬ ਜੀ ਉਹਨੂੰ ਬੱਚੇ ਨੂੰ ਸੱਚਖੰਡ ਲੈ ਗਏ, ਨਾਲ ਲੇਤਾ ਬੇਟਾ ਪੀਰ ਦਾ ਨਾਲ ਲਿਆ, ਸੱਚਖੰਡ ਗਏ ਜਿੱਥੇ ਸਾਧ ਸੰਗਤ ਹੋ ਰਹੀ ਆ। ਇੱਕ ਕੌਲ ਲਿਆ, ਉਹਦੇ ਵਿੱਚ ਪ੍ਰਸ਼ਾਦ ਉਦੋਂ ਪ੍ਰਗਟ ਹੋਇਆ ਸੱਚਖੰਡ ਦੇ ਵਿੱਚ, ਜਿਹੜਾ ਕੜਾਹ ਪ੍ਰਸ਼ਾਦ ਆ। ਤੇ ਸੁਰਤ ਰਾਹੀਂ ਜਦੋਂ ਬਾਹਰ ਆਉਂਦੇ ਨੇ, ਉਹ ਪ੍ਰਸ਼ਾਦ ਨੂੰ ਪ੍ਰਗਟ ਕਰਕੇ ਸਾਰਿਆਂ ਨੂੰ ਵਰਤਾਇਆ। ਕਿਣਕਾ ਕੌਲੀ ਸੀ ਇੱਕ, ਤੇ ਉਹ ਬਹੁਤ ਜ਼ਿਆਦਾ ਸਨ ਪੀਰ ਤੇ ਮਰੀਦ, ਬਾਕੀ ਸਾਰੇ। ਬਗਦਾਦ ਸੂਫੀਆਂ ਦਾ ਸ਼ਹਿਰ ਸੀ। ਕਿਣਕਾ ਸਾਰਿਆਂ ਨੂੰ ਦਿੱਤਾ। ਤੇ ਉਹ ਬੇਟਾ ਕਹਿਣ ਲੱਗਾ ਪੀਰ ਦਾ, ਪਿਤਾ ਜੀ ਵਾਕਈ ਹੀ ਇਹ ਖੁਦ ਖੁਦਾ ਨੇ, ਇਹ ਹਜ਼ਰਤ ਨਾਨਕ ਨੇ, ਇਹ ਨਾਨਕ ਸ਼ਾਹ ਫਕੀਰ ਸੱਚ ਕਹਿੰਦੇ ਨੇ। ਵਾਕਈ ਇੰਨੇ ਪਤਾਲ ਨੇ, ਵਾਕਈ ਇੰਨੇ ਆਕਾਸ਼ ਨੇ। ਕੋਟ ਸੂਰ ਜਾ ਕੇ ਹੈ ਪ੍ਰਗਾਸ, ਇੱਕ ਸੂਰਜ ਨਹੀਂ ਹੈਗਾ ਇਹ ਧਰਤੀ ਤੇ, ਆਪਣੀ ਧਰਤੀ ਤੇ ਇੱਕ ਸੂਰਜ ਆ, ਇੱਕ ਧਰਤੀ ਨਹੀਂ, ਕਈ ਧਰਤੀਆਂ ਨੇ। ਧਰਤੀ ਹੋਰ, ਪਰੇ ਹੋਰ। ਇੱਦਾਂ ਯੂਨੀਵਰਸ ਦਾ ਇਹ ਸਾਰਾ ਪਸਾਰਾ ਬਹੁਤ ਵੱਡਾ ਹੈ, ਛੋਟਾ ਨਹੀਂ। ਆਪਾਂ ਤਾਂ ਉਹਦੇ ਚੇਤਿਆਂ ਚੋਂ ਡਿੱਗੀ ਹੋਈ ਕੋਈ ਛੋਟੀ ਜੀ ਚੀਜ਼ ਆ। ਧਰਤੀ ਛੋਟੀ ਜੀ ਚੀਜ਼ ਆ। ਅਸੀਂ ਧਰਤੀ ਦੇ ਵਿੱਚ, ਸਾਡਾ ਆ ਪਿੰਡ ਤਲਵੰਡੀ ਰਾਏ, ਇਹ ਬਹੁਤ ਬਿੰਦੂ ਵੀ ਨਹੀਂ ਹੋਣਾ ਨਕਸ਼ੇ 'ਚ, ਗਲੋਬ 'ਚ। ਤੇ ਅਸੀਂ, ਸਾਡਾ ਘਰ, ਉਹਦੇ ਵਿੱਚ ਕੀ ਹੋਵੇਗਾ, ਬਿੰਦੂ ਵੀ ਨਹੀਂ ਹੋਣਾ ਉਹਦੇ ਵਿੱਚ। ਅਸੀਂ ਤਾਂ ਬਸ ਐਵੇਂ ਹੀ ਕੁਝ ਬਣੇ ਫਿਰਦੇ ਆ, ਉਹ ਵੀ ਹਉਮੈ ਹੀ ਆ। ਤਾਂ ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਕਹਿਣ ਲੱਗਾ, ਇਹ ਜਿਹੜਾ ਪ੍ਰਸ਼ਾਦ ਹੈ, ਇਹ ਦੱਸੋ ਇਹ ਕਿਵੇਂ ਆ, ਇਹ ਕਿਵੇਂ ਤਿਆਰ ਹੋਵੇਗਾ? ਇਹ ਅਸੀਂ ਹੋਰ ਛਕਣਾ ਚਾਹੁੰਦੇ ਹਾਂ। ਕੜਾਹ ਪ੍ਰਸ਼ਾਦ ਜਿਹੜਾ ਸੀ ਪਹਿਲੀ ਵਾਰ ਬਗਦਾਦ ਦੀ ਧਰਤੀ ਤੇ ਇਹ ਕੌਤਕ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਕਹਿਣ ਲੱਗੇ ਫਿਰ ਸਾਰੀ ਰਸਦ ਮੰਗਵਾਈ ਤੇ ਹਾਵਲ, 3 ਚੀਜ਼ਾਂ ਮੰਗਵਾਈਆਂ, ਆਟਾ, ਖੰਡ, ਦੇਸੀ ਘਿਓ, ਖੁੱਲੀ ਤਾਦਾਦ ਵਿੱਚ ਵਰਤਾਇਆ ਗਿਆ, ਬਣਾਇਆ ਗਿਆ, ਵਰਤਾਇਆ ਗਿਆ। ਰੱਜ ਭੋਜਨ ਖਾਵੋ ਮੇਰੇ ਭਾਈ, ਸਭ ਨੇ ਛਕਿਆ। ਫਿਰ ਪੀਰ ਨੇ ਆਖਿਆ, ਗੁਰੂ ਨਾਨਕ ਜੀ ਤੁਸੀਂ ਤਾਂ ਬਾਬਾ ਨਾਨਕ ਸ਼ਾਹ ਫਕੀਰ ਹੋ। ਮੈਥੋਂ ਭੁੱਲ ਹੋ ਗਈ ਕਿ ਮੈਂ ਹੰਕਾਰ 'ਚ ਆ ਕੇ ਸੰਗੀਤ ਬੰਦ ਕੀਤਾ, ਵੀ ਬਗਦਾਦ ਵਿੱਚ ਕੋਈ ਗਾ ਨਹੀਂ ਸਕਦਾ। ਗੁਰੂ ਨਾਨਕ ਜੀ ਕਹਿੰਦੇ, ਪੀਰ ਜੀ ਰਬਾਬ ਦੇ ਨਾਲ ਜੇ ਕੋਈ ਗੰਦੇ ਗੀਤ ਗਾਵੇ, ਉਹਨੂੰ ਕਹਿ ਸਕਦੇ ਹਾਂ ਗਲਤ ਆ। ਇਹ ਤਾਂ ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਫਿਰ ਸਾਰਿਆਂ ਨੂੰ ਪ੍ਰਸ਼ਾਦ ਵਰਤਾ ਕੇ ਕਹਿ ਦਿਓ, ਬਲਹਾਰੀ ਕੁਦਰਤ ਵਸਿਆ, ਬਲਹਾਰੀ ਕੁਦਰਤ ਵਸਿਆ। ਸਾਰਿਆਂ ਦੇ ਵਿੱਚ ਉਹ ਵਸ ਰਿਹਾ ਭਾਈ। ਪਹਿਲਾਂ ਉਹਨੇ ਆਪਣੇ ਆਪ ਤੋਂ ਆਪ ਨੂੰ ਪ੍ਰਕਾਸ਼ ਕੀਤਾ, ਦੋਈ ਕੁਦਰਤ ਸਾਜੀ। ਕੁਦਰਤ ਦੂਜੇ ਨੰਬਰ ਤੇ ਆ, ਪਹਿਲਾਂ ਉਹ ਆਪ ਆਪਣੇ ਆਪ ਤੋਂ ਸਹਿ ਭੰਗ ਸੰਭੂ ਸੰਸਕ੍ਰਿਤ ਵਿੱਚ ਕਹਿੰਦੇ ਨੇ, ਜੋ ਆਪਣੇ ਆਪ ਸੇ ਪ੍ਰਕਾਸ਼ ਹੋਤਾ ਹੈ। ਉਪਨਿਸ਼ਦ ਕਹਿੰਦੇ ਨੇ ਕਿ ਉਹਨੂੰ ਹੀ ਕਿਹਾ ਜਾਂਦਾ ਹੈ ਪਰਮਾਤਮਾ। ਤਾਂ ਉਹ ਕਹਿਣ ਲੱਗਾ, ਪੀਰ ਜਿਹੜੀ ਆਹ ਕੜਾਹ ਪ੍ਰਸ਼ਾਦ ਆ, ਇਹ ਚੀਜ਼ ਮੈਂ ਕਿਤੇ ਨਹੀਂ ਖਾਧੀ ਅੱਜ ਤੱਕ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਫਿਰ ਇਹ ਦਰਗਾਹ ਦੇ ਵਿੱਚੋਂ ਆਈ ਆ ਨਾ, ਸੱਚਖੰਡ ਦੇ ਵਿੱਚੋਂ ਇੱਕ। ਤੇ ਮਹਾਰਾਜ ਨੇ ਜਿਵੇਂ ਆਖਿਆ ਸੀ, ਪਰ ਕਚ ਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ। ਉਹ ਪ੍ਰਸ਼ਾਦ ਫਿਰ ਉੱਥੋਂ ਆਇਆ। ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਜਾਹਰ ਕਲਾ ਨਾ ਛਪੈ ਛਪਾਈ। ਗੁਰੂ ਨਾਨਕ ਸਾਹਿਬ ਜੀ ਚਾਹੇ ਕਰਾਮਾਤ ਨਹੀਂ ਦਿਖਾਉਂਦੇ, ਪਰ ਉਹਨਾਂ ਦੀ ਕਲਾ ਜਿਹੜੀ ਆ ਛਪਾਈ ਨਹੀਂ ਜਾ ਸਕਦੀ, ਉਹ ਪ੍ਰਗਟ ਹੋ ਜਾਂਦੀ ਹੈ। ਤੇ ਜਿਵੇਂ ਵੱਧ ਸਮਝ ਜਾਵੋਗੇ ਹੋਰ ਵੀ, ਫੁੱਲ ਤੁਹਾਡੇ ਘਰੇ ਖਿੜੇ ਨੇ, ਫੁੱਲਾਂ ਤੇ ਕੱਪੜਾ ਪਾ ਦਿਓ, ਚਾਦਰ ਪਾ ਦਿਓ, ਕਹਿ ਦਿਓ ਮੈਂ ਗਵਾਂਢ 'ਚ ਨਹੀਂ ਜਾਣ ਦੇਣੀ, ਮੇਰੀ ਉਹਨਾਂ ਨਾਲ ਬਣਦੀ ਨਹੀਂ, ਉਹ ਤਾਂ ਜਾਊਗੀ। ਫੁੱਲਾਂ ਤੇ ਪਰਦਾ ਪਾਇਆ ਹੀ ਨਹੀਂ ਜਾ ਸਕਦਾ। ਗੁਰੂ ਨਾਨਕ ਕੀ ਕਲਾ ਜੋ ਆ, ਉਹ ਛੁਪੀ ਨਹੀਂ ਰਹਿ ਸਕਦੀ। ਪਹਿਲੀ ਵਾਰ ਕੜਾਹ ਪ੍ਰਸ਼ਾਦ ਬਗਦਾਦ ਦੀ ਧਰਤੀ ਤੇ, ਅਰਬ ਕੰਟਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦਸਤਗੀਰ ਪੀਰ ਨੂੰ ਵਰਤਾਇਆ। ਇਹ ਜਿਹੜਾ ਆਪਾਂ ਛਕਦੇ ਹਾਂ ਪ੍ਰਸ਼ਾਦ, ਉਹਦਾ ਇਤਿਹਾਸ ਹੈ। ਪੀਰ ਹਉਮੈ 'ਚ ਸੀ, ਪੀਰ ਹਉਮੈ 'ਚ ਸੀ। ਦਸਤਗੀਰ ਕਾਹ 'ਚ ਸੀ? ਹਉਮੈ 'ਚ। ਆ ਹਉਮੈ ਹੀ ਸੀ।
मैं इत्थे किसे नूं गाउण नहीं देना। जो असीं कहता ਉਹੀ ਕਾਨੂੰਨ ਹਉਮੈ ਸੀ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਬ੍ਰਹਮਾ ਵੀ ਵਿਚਾਰਾ ਹਉਮੈ ਜੀ ਰਿਹਾ, ਵਿਸ਼ਨ ਵੀ ਮਹਾਦੇਵ ਜੀ ਨੂੰ ਸ਼ਿਵ ਕਹਿੰਦੇ ਆ, ਤ੍ਰੈ ਗੁਣ ਰੋਗੀ ਸੀ। ਅਤੇ ਵਿੱਚ ਹਉਮੈ ਕਾਰ ਕਮਾਈ, ਇਹ ਵੀ ਵਿਚਾਰੇ ਹਉਮੈ ਜੀ ਰਹੇ ਆ। ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਜਿਹਨੇ ਇਹਨਾਂ ਨੂੰ ਬਣਾਇਆ ਸੀ ਰੱਬ ਨੇ, ਉਹਨਾਂ ਦੀ ਇਹਨਾਂ ਨੇ ਬੰਦਗੀ ਨਹੀਂ ਕਰਵਾਈ। ਕਹਿੰਦੇ ਸਾਡਾ ਹੀ ਨਾਮ ਜਪਿਆ ਕਰੋ, ਤਾਂ ਇਹ ਤ੍ਰੈ ਗੁਣ ਰੋਗੀ ਬਣੇ ਨੇ। ਹਉਮੈ ਰੋਗ ਸਭ ਜਗਤ ਵਿਆਪਿਆ। ਗੁਰੂ ਮਹਾਰਾਜ ਕਹਿੰਦੇ ਇਕੱਲੇ ਦੇਵਤੇ ਨਹੀਂ ਅਤੇ ਸਾਰਾ ਸੰਸਾਰ ਹੀ ਹਉਮੈ 'ਚ ਭਰਿਆ ਪਿਆ। ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਹਉਮੈ ਦੇ ਕਰਕੇ ਇੱਕ ਹੋਰ ਦੁੱਖ ਲੱਗਦਾ, ਜਨਮਾਂ ਮਰਨਾਂ ਵਾਲਾ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ। ਗੁਰੂ ਦੀ ਕਿਰਪਾ ਨਾਲ ਕੋ ਵਿਰਲਾ ਛੂਟੈ, ਕੋਈ ਬਚਦਾ ਇਹ ਰੋਗ ਤੋਂ। ਸ਼ੂਗਰ ਤਾਂ ਆਪਾਂ ਕੰਟਰੋਲ ਕਰ ਲੈਂਦੇ ਹਾਂ, ਕਈ ਵੀਰ ਕਰ ਲੈਂਦੇ ਨੇ। ਜੇ ਮੂੰਹ ਦਾ ਪਰਹੇਜ਼ ਹੋਵੇ, ਜੀਭ 'ਤੇ ਕੰਟਰੋਲ ਹੋਵੇ, ਸ਼ੂਗਰ ਕੰਟਰੋਲ ਹੋ ਜਾਂਦੀ ਆ। ਕੈਂਸਰ ਦਾ ਵੀ ਹੁਣ ਇਲਾਜ ਹੈ, ਪਹਿਲੀ ਸਟੇਜ ਵਿੱਚ ਹੋ ਰਿਹਾ ਹੈ। ਹਉਮੈ ਦਾ ਗੁਰੂ ਤੋਂ ਬਿਨਾਂ ਕੋਈ ਇਲਾਜ ਨਹੀਂ ਆ। ਇਸ ਕਰਕੇ ਤਿਸ ਜਨ ਕੋ ਹਉ ਬਲਿਹਾਰੀ। ਗੁਰੂ ਰਾਮਦਾਸ ਜੀ ਕਹਿੰਦੇ ਸਦਕੇ ਆ, ਸਦਕੇ ਆ ਉਹਦੇ ਤੋਂ ਜਿਨ੍ਹਾਂ ਨੇ ਹਉਮੈ ਦੀ ਧੌਣ ਮਰੋੜੀ ਆ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਂ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਵਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਉਹ ਆਪ ਹੀ ਬਣਾ ਕੇ ਆਪ ਹੀ ਸਭ ਕੁਝ ਵੇਖ ਰਿਹਾ ਹੈ। ਬਣਾਇਆ ਵੀ ਉਹਨੇ ਸਾਨੂੰ ਆ, ਘਾੜਤ ਵੀ ਉਹਨੇ ਘੜੀ ਆ, ਦੇਖ ਵੀ ਰਿਹਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਆਪਾਂ ਕਹਿ ਦਈਏ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਹਿਣ ਮਾਤਰ ਨਾ ਹੋਵੇ, ਗੁਰੂ ਨਾਨਕ ਨੂੰ ਕਹੀਏ ਤੂੰ ਸਭ ਤੋਂ ਵੱਡਾ ਹੈ। ਆਪਾਂ ਸਾਰਿਆਂ ਦਾ ਸਤਿਕਾਰ ਕਰਨਾ ਹੈ। ਕੁਰਾਨ ਸ਼ਰੀਫ, ਬਾਈਬਲ ਅਤੇ ਆਹ ਜਿਹੜੀ ਮੁਕੱਦਸ ਕਿਤਾਬ ਆ ਭਾਗਵਤ ਗੀਤਾ ਹੈ, ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਪਰ ਪਰਪੱਕ ਆਪਾਂ ਆਪਣੇ ਧਰਮ 'ਚ ਹੀ ਰਹਿਣਾ ਹੈ। ਆਪਾਂ ਸਾਰਿਆਂ ਨਾਲ ਮਿੱਠਾ ਬੋਲਣਾ, ਉੱਚਾ ਨਹੀਂ ਕਿਸੇ ਨਾਲ ਵੀ ਬੋਲਣਾ, ਅਤੇ ਆਪਾਂ ਨਿਮ ਕੇ ਚੱਲਣਾ ਹੈ, ਕਿਉਂਕਿ ਗੁਰੂ ਨਾਨਕ ਜੀ ਨੇ ਇਹ ਗੱਲਾਂ ਸਾਨੂੰ ਕਹੀਆਂ ਨੇ। ਤਾਂ ਬਗਦਾਦ ਵਿੱਚ ਉੱਥੇ ਉਹਨਾਂ ਦੀ ਯਾਦ ਵਿੱਚ ਗੁਰੂ ਨਾਨਕ ਦੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇੱਕ ਉੱਥੋਂ ਦੀ ਹੋਰ ਘਟਨਾ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਆ। ਕਈ ਵਾਰੀ ਐਵੇਂ ਹੁੰਦਾ, ਸਾਡਾ ਦਿਲ ਹੀ ਨਹੀਂ ਮੰਨਦਾ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ। ਹੁਣ ਲੋਕ ਆ ਚੀਜ਼ਾਂ ਨੂੰ ਕੱਟ ਰਹੇ ਨੇ, ਕਿਉਂਕਿ ਐਂ ਲੱਗਦਾ ਵੀ ਅਸੀਂ ਬਹੁਤ ਹੀ ਯੂਨੀਕ ਹੋ ਗਏ, ਟੈਕਨੋਲੋਜੀ ਬੜੀ ਵੱਧ ਗਈ। ਬਗਦਾਦ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਰਹੇ, ਇੱਕ ਔਰਤ ਆਈ ਸੀ ਉਹਨਾਂ ਕੋਲ, ਬਜ਼ੁਰਗ ਮਾਂ, ਅਤੇ ਕਹਿਣ ਲੱਗੀ ਤੁਸੀਂ ਖੁਦਾ ਹੋ। ਗੁਰੂ ਨਾਨਕ ਜੀ ਨੂੰ ਆਖਿਆ, ਉੱਥੋਂ ਦੀ ਫਿਰ ਸਾਰੀ ਘਟਨਾ ਨਾ ਪੂਰੀ ਹੋ ਜਾਏਗੀ, ਉਹਦੇ ਨਾਲ ਹੀ ਇਹ ਮਿਲਦੀ ਆ, ਤੁਸੀਂ ਖੁਦਾ ਹੋ, ਰੱਬ ਹੋ ਤੁਸੀਂ। ਗੁਰੂ ਨਾਨਕ ਜੀ ਕਹਿੰਦੇ ਨਹੀਂ, ਖੁਦਾ ਦੇ ਬੰਦੇ ਹਾਂ। ਮੈਂ ਬੰਦਾ ਵੈ ਖਰੀਦ, ਸੱਚ ਸਾਹਿਬ ਮੇਰਾ। ਮੈਂ ਉਹਦਾ ਬੰਦਾ ਹਾਂ, ਭੇਜਿਆ ਹੋਇਆ। ਸਾਰੇ ਹੀ ਆਪਾਂ ਉਹਦੇ ਬੰਦੇ ਹਾਂ। ਤਾਂ ਉਹਨਾਂ ਨੇ ਬੜੀ ਨਿਮਰਤਾ ਨਾਲ ਆਖਿਆ, ਮੈਂ ਖੁਦਾ ਨਹੀਂ ਹੈਗਾ, ਮੈਂ ਉਹਦਾ ਬੰਦਾ। ਫਿਰ ਪੁੱਛਿਆ, ਨਹੀਂ ਤੁਸੀਂ ਖੁਦਾ ਹੋ? ਕਹਿੰਦੇ ਨਹੀਂ, ਮੈਂ ਉਹਦਾ ਬੰਦਾ ਹਾਂ। ਅਤੇ ਫਿਰ ਉਹ ਪਿੰਡ ਦੇ ਲੋਕ ਉੱਥੋਂ ਬਗਦਾਦ ਦੇ ਕਹਿਣ ਲੱਗੇ, ਮਰੀਦ, ਕਹਿੰਦੇ ਗੁਰੂ ਨਾਨਕ ਜੀ ਇਹ ਪਾਗਲ ਹੈ ਔਰਤ, ਇੱਕ ਝੱਲੀ ਆ। ਗੁਰੂ ਨਾਨਕ ਜੀ ਕਹਿੰਦੇ ਨਹੀਂ, ਇਹ ਸਿਆਣੀ ਆ। ਕਹਿੰਦੇ ਨਹੀਂ ਨਹੀਂ ਜੀ, ਸੱਚੀ ਇਹ ਝੱਲੀ ਆ। ਕਹਿੰਦੇ ਕਾਰਨ? ਕਹਿੰਦੇ ਇਹਦੇ ਪੁੱਤਰ ਦੀ ਬਰਾਤ ਗਈ ਸੀ ਦਰਿਆ ਤੋਂ ਪਾਰ, ਬੇੜੀ 'ਚ ਬਹਿ ਕੇ, ਬੇੜੇ 'ਚ ਕਿਸ਼ਤੀ 'ਚ ਬਹਿ ਕੇ, ਜਦੋਂ ਵਿਆਹ ਕੇ ਆ ਰਹੇ ਸੀ ਤੇ ਡੁੱਬ ਗਈ, ਬੇੜਾ ਡੁੱਬ ਗਿਆ। ਅੱਜ ਤੱਕ ਇਹ ਉਹ ਸਾਰੀਆਂ ਚੀਜ਼ਾਂ ਉਡੀਕ ਰਹੀ ਆ ਬਰਾਤ ਨੂੰ। ਉਹਨੂੰ ਕਈ ਸਾਲ ਹੋ ਗਏ ਨੇ, 15-20 ਸਾਲ, ਰੋਜ਼ ਆਪਦੇ ਪੁੱਤ ਦੀ ਬਰਾਤ ਉਡੀਕਦੀ ਆ। ਬਰਾਤੀ ਵੀ ਡੁੱਬ ਗਏ ਕਿਸ਼ਤੀ 'ਚ, ਇਹਦੀ ਨੂੰਹ ਵੀ ਡੁੱਬ ਗਈ, ਬੇਟਾ ਵੀ ਡੁੱਬ ਗਿਆ, ਪਰ ਰੋਜ਼ ਦਰਿਆ ਦੇ ਕਿਨਾਰੇ ਜਾ ਕੇ ਇੱਕ ਆਸ ਰੱਖਦੀ ਆ, ਅੱਜ ਵੀ ਬਰਾਤ ਆਊਗੀ, ਕੱਲ੍ਹ ਵੀ ਬਰਾਤ ਆਊਗੀ। ਕਈ ਸਾਲ ਹੋ ਗਏ ਨੇ। ਗੁਰੂ ਨਾਨਕ ਸਾਹਿਬ ਜੀ ਅੱਗੇ ਫਰਿਆਦ ਕਰਦੀ, ਤੁਸੀਂ ਖੁਦਾ ਹੋ? ਨਹੀਂ, ਅਸੀਂ ਖੁਦਾ ਦੇ ਬੰਦੇ ਹਾਂ।
ਅਸੀਂ ਰੱਬ ਦੇ ਭੇਜੇ ਹੋਏ ਦੂਤ ਹਾਂ, ਇੱਕ ਸੇਵਕ ਹਾਂ, ਉਹਦਾ ਪੈਗਾਮ ਲੈ ਕੇ ਆਏ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਫਿਰ ਕਿਰਪਾ ਕੀਤੀ, ਆਖਿਆ ਸੀ ਇਹਦੇ ਸਬਰ ਨੂੰ ਫਲ ਲੱਗੇਗਾ। ਸਬਰ ਸਹਿਜ ਪੱਕੈ ਸੋ ਮੀਠਾ। ਇਹਨੇ ਇੰਨਾ ਸਬਰ ਕੀਤਾ, ਇਤਨਾ ਵਿਸ਼ਵਾਸ ਕਿ ਆਏਗੀ ਬਰਾਤ। ਤਾਂ ਆਖਿਆ ਸੀ, ਹੇ ਮਾਤਾ ਜੀ ਹੁਣ ਪਛਾਣ ਲਿਓ, ਬੇੜਾ ਆਉਣ ਵਾਲਾ, ਕਿਤੇ ਕੋਈ ਬਰਾਤੀ ਰਹਿ ਨਾ ਜਾਵੇ। ਬੇੜਾ ਆਇਆ, ਪੁੱਤਰ ਵੀ ਆਇਆ, ਬਰਾਤੀ ਵੀ ਆਏ। ਕਹਿੰਦੇ ਪਛਾਣ ਲਓ ਕੋਈ ਰਹਿ ਤਾਂ ਨਹੀਂ ਗਿਆ। ਪੁੱਤਰ ਵੀ ਆਇਆ, ਜਿਤਨੇ ਡੁੱਬੇ ਸੀ ਉਹਨਾਂ ਨੂੰ ਬਾਹਰ ਕੱਢਿਆ। ਤੇ ਉਹ ਬੇੜਾ ਬਗਦਾਦ ਦੇ ਗੁਰਦੁਆਰਾ ਸਾਹਿਬ 'ਚ ਅੱਜ ਵੀ ਪਿਆ ਹੈ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ। ਤੇ ਉਹਨੂੰ ਪਤਾ ਕੀ ਕਹਿੰਦੇ ਨੇ, ਇਹ ਹਜ਼ਰਤ ਨਾਨਕ ਦਾ ਹੈ। ਇਹ ਡੁੱਬਦਾ ਬੇੜਾ ਗੁਰੂ ਨਾਨਕ ਜੀ ਨੇ ਤਾਰਿਆ ਸੀ। ਉਹਨੂੰ ਮੱਥਾ ਟੇਕਦੇ ਨੇ ਬਗਦਾਦ ਦੇ ਰਹਿਣ ਵਾਲੇ ਫਕੀਰ। ਇਹ ਉਹ ਬੇੜਾ ਹਜ਼ਰਤ ਨਾਨਕ ਜੀ ਕਹਿੰਦੇ ਨੇ। ਉਹਨਾਂ ਕੋਲ ਇਹੀ ਸ਼ਬਦ ਆ, ਹਜ਼ਰਤ ਬਹੁਤ ਪਵਿੱਤਰ ਸ਼ਬਦ ਆ ਉਹਨਾਂ ਲਈ। ਉਹ ਕਹਿੰਦੇ ਹਜ਼ਰਤ ਨਾਨਕ ਸ਼ਾਹ ਫਕੀਰ ਨੇ ਇਹ ਬੇੜਾ ਤਾਰਿਆ ਸੀ, ਡੁੱਬਿਆ ਹੋਇਆ ਕੱਢਿਆ ਸੀ। ਅੱਜ ਵੀ ਉੱਥੇ ਉਹਨਾਂ ਰੱਖਿਆ ਹੋਇਆ ਹੈ। ਸੋ ਵਿਸ਼ਵਾਸ ਕਰੀਏ ਗੁਰੂ ਨਾਨਕ ਜੀ 'ਤੇ, ਗੁਰੂ ਵਾਲੇ ਬਣੀਏ ਭਾਈ। ਇਹ ਨਾ ਹੋਵੇ ਸੋਮਵਾਰ ਕਿਤੇ ਬੈਠੇ ਹਾਂ, ਮੰਗਲਵਾਰ ਕਿਤੇ ਬੈਠੇ ਹਾਂ, ਸ਼ਨੀਵਾਰ ਕਿਤੇ ਦੀਵਾ ਜਗਾ ਰਹੇ ਹਾਂ। ਇਹ ਨਾ ਕਰਿਆ ਕਰੋ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਨਾਲ ਪਿਆਰ ਬਣਾਓ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਕਿਰਪਾ ਕਰਨ ਸਾਡੇ 'ਤੇ ਕੜਾਹ ਪ੍ਰਸ਼ਾਦ ਦਾ ਅਸੀਂ ਇਤਿਹਾਸ ਸੁਣਿਆ ਹੈ, ਅਤੇ ਇਹਨੂੰ ਬੜੇ ਪਿਆਰ ਦੇ ਨਾਲ ਆਪਾਂ ਛਕਿਆ ਕਰੀਏ। ਇੱਕ ਇੱਕ ਕਣਕੇ ਦੇ ਵਿੱਚ ਰਸ ਹੁੰਦਾ, ਕਿਉਂਕਿ ਆਪਾਂ ਸਾਰੇ ਬੈਠੇ ਹਾਂ ਨਾ, ਉਹਦੀ ਵਾਈਬ੍ਰੇਸ਼ਨ ਕੜਾਹ ਪ੍ਰਸ਼ਾਦ ਵਿੱਚ ਜਾਂਦੀ ਆ, ਤਾਂ ਕਰਕੇ ਲੰਗਰਾਂ ਦੇ ਵਿੱਚ ਇਹਦੇ ਵਿੱਚ ਇਤਨਾ ਰਸ ਹੁੰਦਾ ਹੈ। ਵਾਈਬ੍ਰੇਸ਼ਨ ਬਹੁਤ ਕੰਮ ਕਰਦੀ ਆ, ਕਿਉਂਕਿ ਗੁਰਮੁਖ ਬੈਠੇ ਹੁੰਦੇ ਨੇ ਵਿੱਚ, ਬੰਦਗੀ ਵਾਲੇ ਰੱਬ ਦੇ ਪਿਆਰੇ ਬੈਠੇ ਹੁੰਦੇ ਨੇ। ਸੋ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ। ਅਤੇ ਇਹ ਹਉਮੈ ਜਿਹੜੀ ਆ, ਇਹਨੇ ਦੇਵਤਿਆਂ ਨੂੰ ਵੀ ਨਹੀਂ ਛੱਡਿਆ, ਪੀਰਾਂ ਨੂੰ ਵੀ ਨਹੀਂ ਛੱਡਿਆ। ਉਹਦੇ ਲਈ ਸਾਨੂੰ ਗੁਰੂ ਦੀ ਲੋੜ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਉਹਦਾ ਜਵਾਬ ਇੱਥੇ ਹੀ ਆ, ਗੁਰੂ ਨੂੰ ਜਪ ਕੇ ਹੀ ਹਉਮੈ ਮੇਰੀ ਦੂਰ ਹੋਈ ਆ। ਗੁਰੂ ਰਹਿਮਤ ਕਰੇ, ਗੁਰੂ ਵਾਲੇ ਬਣੀਏ ਭਾਈ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਨਾਲ ਪਿਆਰ ਕਰੋ, ਕੇਸਾਂ ਦੀ ਬੇਅਦਬੀ ਨਾ ਕਰੋ। ਇਹ ਗੁਰੂ ਦੀ ਮੋਹਰ ਨੇ। ਆਓ ਰਲ ਕੇ ਆਪਾਂ ਕਹਿ ਲਈਏ ਵਾਹਿਗੁਰੂ ਜੀ। ਵਾਹਿਗੁਰੂ 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 ਦੇਹੋ
ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।